ਜਸ ਟੀਵੀ ਦੇਖ ਰਹੇ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਕਿਸਾਨ ਸੰਘਰਸ਼ ਤੋਂ ਬਾਅਦ ਬਹੁਤ ਚਿਰਾਂ ਬਾਅਦ ਅੱਜ ਕਿਸਾਨੀ ਮੁੱਦੇ ਤੇ ਗੱਲ ਹੋ ਰਹੀ ਹੈ। बैठक इस तो पहला भी सरकार ਨਾਲ ਹੋਈਆਂ, ਗੱਲਬਾਤ ਕਿੰਨੀ ਸਿਰੇ ਚੜੀ, ਕਿੰਨੀ ਸਹਿਮਤੀ ਬਣੀ, ਕਿੰਨੀ ਅਸਹਿਮਤੀ ਹੋਈ, बैठक ਅੱਗੇ ਵੀ ਹੋਣਗੀਆਂ। ਇਹ ਸਾਰੇ ਮੁੱਦੇ ਆ ਜਿਹੜੇ ਕਿਸਾਨਾਂ ਨੇ, ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਅੱਗੇ ਰੱਖੇ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਮੁੱਦੇ ਜਿਹੜੇ ਕੇਂਦਰ ਸਰਕਾਰ ਦੇ ਵੱਲ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜਾ ਸੂਬਾ ਸਰਕਾਰ ਦੇ ਮਸਲੇ ਹੱਲ ਕਰਨ ਵਾਲੇ ਆ ਉਹ ਸੂਬਾ ਸਰਕਾਰ ਕੋਸ਼ਿਸ਼ਾਂ ਕਰਦੀ ਵੀ ਤਰੀਕਾਂ ਦੇ ਦਿੱਤੀਆਂ ਗਈਆਂ ਨੇ। ਗੰਨੇ ਦੇ ਬਕਾਏ ਵਾਲੀ ਗੰਨਾ ਦੀ ਜਿਹੜੀ ਕੀਮਤ ਹੈ ਕੀ ਹੈ ਉਸ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੀ ਡਿਮਾਂਡ ਵੀ ਹੈ। ਪਰਾਲੀ ਦਾ ਮੁੱਦਾ ਵੀ, ਹੋਰ ਬਹੁਤ ਸਾਰੇ ਮੁੱਦੇ ਹੈ। ਨਹਿਰੀ ਪਾਣੀ ਦੀ ਵੀ ਗੱਲ ਹੋ ਰਹੀ ਹੈ ਤੇ ਵੱਡਾ ਸਵਾਲ ਇਹੀ ਹੈ, ਮਾਨ ਨੇ ਕਿਸਾਨਾਂ ਦੀ ਕਿੰਨੀ ਮੰਨੀ। बैठक तो बाद क्या की कुछ किया पहला सुन लीजिए। बड़े वधिया माहौल च बैठ के गल की है और सरकारां दा फर्ज बनता हुंदा कि जिथे भी कोई समस्या है तो उन्हां नाल टेबल ते बैठ के उन्हें हल किया जाए, ना कि इग्नोर किया जाए या फिर उन्हां नूं पहुँच तो दूर ही कर दिता जाए। सो खेतीबाड़ी मंत्री साहब कुलदीप धालीवाल जी मेरे नाल सी, इन्हां दियां पहलां उन्हां नाल मीटिंगां हो चुकियां ने। अज फाइनलाइज करना और बड़े अच्छे माहौल च मीटिंगां होईयां ने। होर किते धुआं जिहड़ा है वो पता नहीं कदों पहुँचता, पर पहलां तां साडे फेफड़िਆਂ ਵਿੱਚ ਦੀ ਲੰਘਦਾ, किसान दे आपदे बच्चों के फेफड़िਆਂ ਵਿੱਚ ਦੀ ਲੰਘਦਾ। सो किसान भी नहीं चाहुंदे कि पराली फूकी जाए, पर इहदा कोई पक्का हल जिहड़ा वो इस वार असीं मशीनरी भी जिहड़ी है 1,22,000 मशीनां असीं अवेलेबल करवा रहे हैं। PAU ने एक ऐप बनाई है। ਵੱਡਾ ਸਵਾਲ ਤੁਹਾਡੇ ਸਾਹਮਣੇ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕਿਸਾਨ ਜਥੇਬੰਦੀਆਂ ਦੇ ਕਿਹੜੇ ਮੁੱਦਿਆਂ ਅੱਗੇ ਸੂਬਾ ਸਰਕਾਰ ਬੇਬਸ ਹੈ। ਇਸ ਸਵਾਲ ਤੇ ਬਹਿਸ ਹੋ ਜਿਹੜਾ ਪੈਨਲ ਸਾਡੇ ਨਾਲ ਹੈ ਉਹ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਹਰਨੇਕ ਸਿੰਘ ਮਹਿਮਾ ਅਕਸਰ ਕਿਸਾਨਾਂ ਦੇ ਮੁੱਦਿਆਂ ਤੇ ਇਹ ਡਿਬੇਟਸ ਵਿੱਚ ਪਾਰਟਿਸਿਪੇਟ ਕਰਦੇ ਆ। ਹੁਣ ਬੜੇ ਲੰਬੇ ਸਮੇਂ ਬਾਅਦ ਸਾਡੇ ਕੋਲ ਪਹੁੰਚੇ ਨੇ ਹਰਨੇਕ ਸਿੰਘ ਮਹਿਮਾ, BKU ਡਕੌਂਦਾ ਤੇ ਨੁਮਾਇੰਦੇ ਆ ਤੇ ਉਹ 13 ਜਿਹੜੀ ਇਹਨਾਂ ਬੈਠਕਾਂ ਵਿੱਚ ਸ਼ਾਮਲ ਹੁੰਦੀ ਹੈ। ਮਿਸਟਰ ਮਹਿਮਾ ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ। ਮੇਜਰ RPS ਮਲਹੋਤਰਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। मिस्टर मल्होत्रा तुहाडा बहुत स्वागत है। टीना चौधरी कांग्रेस स्पोक्सपर्सन है। टीना चौधरी तुहाडा बहुत स्वागत है। डॉक्टर कमलजीत सिंह सोई भारतीय जनता पार्टी के बुला रहे हैं। डॉक्टर सोई तुहाडा बहुत स्वागत है। सब तो पहला सवाल हरनेक सिंह मਹਿਮਾ ਤੁਹਾਨੂੰ करना चाहूँगा। मਹਿਮਾ साहब CM साहब ने दावा किया है कि बैठक बहुत शांतपूर्ण माहौल च हुई है, बड़े अच्छे सुझाव आए है। इउं लगता कि अड़िके खत्म हो रहे हैं मਹਿਮਾ साहब, जां ਅਸੀਂ ज़्यादा काली च गल कह रहे हैं ਜਾਂ CM साहब सरकार करके इदां दावे करते पे? मਹਿਮਾ जी देखो जी, ਇਹਦੇ ਤਾਂ ਕੋਈ ਸ਼ੱਕ ਨਹੀਂ ਕਿ ਮੀਟਿੰਗ ਸ਼ਾਂਤ ਮਾਹੌਲ 'ਚ ਹੋਈ ਏ, ਕਿਉਂਕਿ ਉੱਥੇ ਜਿਹੜੀ ਧਿਰ ਮੀਟਿੰਗ ਦੇ ਵਿੱਚ ਬੈਠੀ ਹੋਈ ਸੀ ਕਿਸਾਨ ਜਥੇਬੰਦੀਆਂ, ਉਹ ਧਿਰ ਹੀ ਉਹ ਹੈ ਕਿ ਜਿਹੜੀ ਹਰ ਗੱਲ ਅਸੀਂ ਸ਼ਾਂਤੀ ਨਾਲ ਨਿਬੇੜਨਾ ਚਾਹੁੰਦੇ ਹਾਂ। ਇੰਨੀ ਤਾਂ ਗੱਲ ਠੀਕ ਹੈ, ਸ਼ਾਂਤੀ ਨਾਲ ਹੋਈ ਏ, ਪਰ ਉਹਨਾਂ ਦੀ ਵਰਤੀ ਹੋਈ ਸ਼ਾਂਤੀ ਨਾਲ ਕੀ CM ਸਾਹਿਬ ਕਿਸਾਨ ਜਥੇਬੰਦੀਆਂ ਨੂੰ ਸੰਤੁਸ਼ਟ ਕਰ ਪਾਏ? ਸਵਾਲ ਅਸਲ 'ਚ ਹੈ। ਇਹਦਾ ਜਵਾਬ ਹੈ ਨਾ ਦੇ ਵਿੱਚ। ਵਜ੍ਹਾ CM ਮਾਨ ਸਾਹਿਬ ਕਿਸਾਨ ਜਥੇਬੰਦੀਆਂ ਨੂੰ ਨਹੀਂ ਕਰਦੇ। ਵਜ੍ਹਾ ਇਹ ਆ ਕਿ ਪਿਛਲੇ 6 ਮਹੀਨਿਆਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਪ੍ਰੈਕਟਿਸ ਹੈ ਆ, ਗੁਜ਼ਰੀਆਂ ਸਰਕਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖਰੀ ਬਿਲਕੁਲ ਨਹੀਂ ਹੈ। ਇੱਕ ਗੱਲ ਮੈਂ ਇਹ ਕਹਿ ਦੇਣੀ ਚਾਹਾਂਗਾ KP ਜੀ, ਆਮ ਆਦਮੀ ਪਾਰਟੀ ਜੋ ਭਰੋਸਾ ਅੱਜ ਤੋਂ 6 ਮਹੀਨੇ ਪਹਿਲਾਂ ਸੀ, ਅੱਜ ਉਹ ਭਰੋਸਾ ਸਰਕਾਰ ਦੇ ਕੋਲ ਨਹੀਂ ਹੈਗਾ। ਅੱਜ ਲੋਕਾਂ ਦਾ ਉਹ ਭਰੋਸਾ ਨਾ ਭਗਵੰਤ ਮਾਨ ਤੇ ਹੈ ਤੇ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ। ਜਦੋਂ ਉਹ ਭਰੋਸੇ ਨੂੰ ਠੇਸ ਵੱਜੀ ਤਾਂ ਸ਼ਾਂਤਮਈ ਮਾਹੌਲ ਦੇ ਵਿੱਚ ਹੋਈ ਵੀ ਬੈਠਕ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। नहीं मਹਿਮਾ ਸਾਹਿਬ, ਫਿਰ ਜੇ ਮੈਂ ਇਹ ਕਹਾਂ ਮਹਿਮਾ ਸਾਹਿਬ, ਜਿਹੜਾ ਭਰੋਸਾ ਤੁਹਾਡੇ ਤੇ ਸੀਗਾ ਕਿਸਾਨ ਸੰਘਰਸ਼ ਵੇਲੇ, ਉਹ ਭਰੋਸਾ ਵੀ ਹੁਣ ਲੋਕਾਂ ਨੂੰ ਨਹੀਂ ਰਿਹਾ ਤੁਹਾਡੇ ਤੇ ਮਹਿਮਾ ਸਾਹਿਬ? ਨਹੀਂ, ਬਿਲਕੁਲ ਹੈ ਨਾ, ਉਹੀ ਭਰੋਸਾ ਹੈ। ਉਸ ਭਰੋਸੇ ਦਾ ਸਬੂਤ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਜਾਵੇ। ਜੇਕਰ ਉਹ ਭਰੋਸਾ ਨਾ ਹੁੰਦਾ ਤਾਂ ਅੱਜ ਦੇ ਸਮੇਂ ਅਸੀਂ ਫੀਲਡ 'ਚ ਰਹਿੰਦੇ ਹਾਂ ਤਾਂ ਲੋਕ ਅਸਰ ਹਮੇਸ਼ਾ ਹੁੰਦਾ ਕਿ ਜਿਹੜੀ ਸਰਕਾਰ ਹੁੰਦੀ ਉਹ ਸਰਕਾਰ ਨਾਲ ਜਿਹੜੇ ਜੀ ਪਰ ਜਿੰਨਾ ਚਿਰ ਸਰਕਾਰ ਰਹਿੰਦੀ ਉਹਨਾਂ ਚਿਰ ਤਾਂ ਉਹਨਾਂ ਦਾ ਪੱਖ ਪੂਰਦੇ ਰਹਿੰਦੇ ਨੇ, ਉਹਨਾਂ ਤੇ ਉਹਨਾਂ ਦੇ ਨਾਲ ਖੜੇ ਰਹਿੰਦੇ ਨੇ।
ਪਰ ਆਮ ਆਦਮੀ ਪਾਰਟੀ ਨੂੰ ਵੋਟ ਕਰਨ ਵਾਲੇ 80% ਕਿਸਾਨ ਤੇ ਮਜ਼ਦੂਰ 6 ਮਹੀਨਿਆਂ 'ਚ ਹੀ ਮਤਲਬ ਉਹ ਨਿਰਾਸ਼ ਹੋ ਗਏ, ਵਾਪਸ ਜਥੇਬੰਦੀਆਂ ਕੋਲ ਆ ਰਹੇ ਨੇ। ਤਾਂ ਉਹ ਭਰੋਸਾ ਹੀ ਹੈ। ਚਲੋ ਠੀਕ ਹੈ, ਮੈਂ ਹੀ ਵਾਪਸ ਆਉਂਗਾ ਤੁਹਾਡੇ ਕੋਲੇ। ਮੈਂ ਮਿਸਟਰ ਮਲਹੋਤਰਾ, ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਕਿਸਾਨਾਂ ਨੂੰ ਸੰਤੁਸ਼ਟ ਕਰ ਲਵਾਂਗੇ ਆਪਾਂ, ਪਰ ਮਿਸਟਰ ਮਲਹੋਤਰਾ, ਕਿਸਾਨਾਂ ਨੇ ਬਹੁਤ ਵੱਡੀ ਗੱਲ ਕਹਿਤੀ ਹੈ ਕਿ 80% ਕਿਸਾਨ ਮਜ਼ਦੂਰ ਨੇ ਆਮ ਆਦਮੀ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ। ਪਰ ਉਹ ਕਹਿੰਦੇ ਜਿਵੇਂ ਬਾਕੀ ਸਰਕਾਰਾਂ ਨੇ ਕੰਮ ਕੀਤਾ ਹੁਣ ਤੱਕ ਉਵੇਂ ਤੁਸੀਂ ਕਰਦੇ ਪਏ। ਮਿਸਟਰ ਮਲਹੋਤਰਾ, ਤੁਸੀਂ ਤਾਂ ਬਦਲਣ ਆਏ ਸੀ ਸਿਆਸਤ। ਆਵਾਜ਼ ਖੋਲ੍ਹ ਲਓ ਮਿਸਟਰ ਮਲਹੋਤਰਾ, ਤੁਸੀਂ ਮਿਊਟ ਕੀਤਾ ਹੋਇਆ ਆਪਣੇ ਆਪ। ਹਾਂਜੀ ਕੇਪੀ ਜੀ, ਹਾਂਜੀ, ਮੈਂ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਕਿ 80% ਕਿਸਾਨ ਜਿਹੜੇ ਆ ਉਹ ਸਰਕਾਰ ਕੋਲੋਂ ਸੰਤੁਸ਼ਟ ਨਹੀਂ, ਕਿਉਂਕਿ ਉਹ ਕਹਿ ਰਹੇ ਆ ਮਿਸਟਰ ਮਹਿਮਾ ਨੇ ਜਿਹੜੀ ਗੱਲ ਕਹੀ ਹੈ, ਸਵਾਲ ਮੈਂ ਦੁਹਰਾ ਰਿਹਾ ਸਰ, ਸਵਾਲ ਦੁਹਰਾ ਰਿਹਾ। ਮਿਸਟਰ ਮਹਿਮਾ ਕਹਿੰਦੇ ਆ 80% ਕਿਸਾਨ ਮਜ਼ਦੂਰ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ। ਹਾਂ ਮਿਸਟਰ ਮਲਹੋਤਰਾ, ਹੁਣ ਬੋਲੋ ਤੁਸੀਂ। ਠੀਕ ਹੈ, ਅਸੀਂ ਇਹ ਮੰਨਦੇ ਹਾਂ ਕਿ ਸਾਨੂੰ ਸਾਰੇ ਪੰਜਾਬ ਨੇ ਇੱਥੇ ਤੱਕ ਪਹੁੰਚਾਇਆ, ਉਸ ਵਿੱਚ ਕਿਸਾਨ ਵੀ ਨੇ, ਮਜ਼ਦੂਰ ਵੀ ਨੇ, ਮਿਡਲ ਕਲਾਸ ਲੋਕ ਵੀ ਨੇ, ਨੌਜਵਾਨ ਵੀ ਨੇ, ਸਾਰੇ ਨੇ। ਲੇਕਿਨ ਇਸ ਗੱਲ ਵਿੱਚ ਕੋਈ ਤੱਥ ਨਹੀਂ ਹੈ ਕਿ 80% ਕਿਸਾਨ ਜਿਹੜੇ ਆ ਉਹ ਸਾਡੇ ਤੋਂ ਨਿਰਾਸ਼ ਨੇ ਜਾਂ ਨਾਰਾਜ਼ ਨੇ, ਕਿਉਂਕਿ ਮੈਂ ਨਹੀਂ ਸਮਝਦਾ ਕਿ ਮਹਿਮਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਉਹ ਅਸਲ ਵਿੱਚ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਇਹਨਾਂ ਦੇ ਗੱਲ ਮੈਂ ਪਹਿਲਾਂ ਵੀ ਨੋਟ ਕੀਤੀ ਆ, ਹੁਣ ਵੀ ਮੈਂ ਨੋਟ ਕਰ ਰਿਹਾ ਹੈਗਾ। ਇਹ ਬੇਸਿਕਲੀ ਆਮ ਆਦਮੀ, ਮੈਂ ਸਪੈਸ਼ਲੀ ਸਰ ਹਰਨਾਮ ਸਿੰਘ ਦੀ ਨਿੱਜੀ ਤੌਰ ਤੇ ਗੱਲ ਕਰ ਰਿਹਾ, ਇਹਨਾਂ ਦੀ ਜਥੇਬੰਦੀ ਦੀ ਨਹੀਂ ਗੱਲ ਕਰ ਰਿਹਾ, ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ, ਇਹਨਾਂ ਦੀ ਨਿੱਜੀ ਤੌਰ ਤੇ ਗੱਲ ਕਰ ਰਿਹਾ ਹੈਗਾ ਕਿ ਇਹਨਾਂ ਦੇ ਵਿਚਾਰ ਮੈਨੂੰ ਜਿਹੜੇ ਨੇ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਰੁੱਧ ਲੱਗਦੇ ਨੇ। ਇਸ ਕਰਕੇ ਆਪਣੇ ਮਨ ਦੀ ਗੱਲ ਜਿਹੜੀ ਆ ਉਹ ਕਹਿੰਦੇ ਨੇ ਤੇ ਉਹਨੂੰ ਰੂਪ ਦਿੰਦੇ ਨੇ ਕਿ ਕਿਸਾਨ ਕਹਿ ਰਹੇ ਨੇ, ਜਿਹੜਾ ਕਿ ਬਿਲਕੁਲ ਵੀ ਸੱਚ ਨਹੀਂ ਹੈ। ਔਰ ਮਿਸਟਰ ਮਲਹੋਤਰਾ, ਤੁਸੀਂ ਇਹ ਤਾਂ ਕਹਿਤਾ ਕਿ ਨਿੱਜੀ ਹਰਨੇਕ ਸਿੰਘ ਹਰਾਂ ਨੇ ਕਹਿਤਾ। ਹਰਨੇਕ ਸਿੰਘ ਹਰੀ ਗਰਾਊਂਡ ਤੇ ਰਹਿੰਦੇ ਆ ਮਿਸਟਰ ਮਲਹੋਤਰਾ, ਇਹਨਾਂ ਦੀ ਗੱਲ ਨੂੰ ਖਾਰਜ ਨਹੀਂ ਕਰ ਸਕਦਾ ਮੈਂ। ਕੇਪੀ ਜੀ, ਗਰਾਊਂਡ ਤੇ ਅਸੀਂ ਵੀ ਰਹਿੰਦੇ ਆ, ਤੁਸੀਂ ਵੀ ਰਹਿੰਦੇ ਹੋ ਤੇ ਹੋਰ ਲੋਕ ਵੀ ਰਹਿੰਦੇ ਹੈਗੇ ਆ। ਸੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ ਔਰ ਇੱਕਦਮ ਕੋਈ ਵੀ ਇਹਨਾਂ ਦੀ ਐਜੀਟੇਸ਼ਨ ਹੋਏ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਇਹਨਾਂ ਨੂੰ ਬੁਲਾ ਕੇ ਇਹਨਾਂ ਨਾਲ ਗੱਲਬਾਤ ਕਰਦੀ ਹੈ ਔਰ ਢੁਕਵੇਂ ਕਦਮ ਚੁੱਕਦੀ ਹੈਗੀ ਹੈ। ਔਰ ਸਾਡੇ ਜਿਹੜੇ ਵੀ ਹੁਣ ਤੱਕ ਕਦਮ ਰਹੇ ਨੇ, ਤੁਸੀਂ ਦੇਖਿਆ ਹੈ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਪ੍ਰੋ ਫਾਰਮਰਸ ਰਹੇ ਨੇ, ਚਾਹੇ ਉਹ 2 ਫਸਲਾਂ ਤੋਂ 3 ਫਸਲਾਂ ਵਾਲੇ ਜਾਣਾ ਹੋਏ, ਚਾਹੇ ਮੂੰਗੀ ਦੀ MSP ਦੇਣੀ ਹੋਏ, ਚਾਹੇ ਗੰਨਾ ਕਿਸਾਨਾਂ ਦਾ ਬਕਾਇਆ ਦੇਣਾ ਹੋਏ, ਚਾਹੇ ਡਾਇਰੈਕਟ ਸੀਡਿੰਗ ਆਫ ਰਾਈਸ ਦਾ ਦੇਣਾ ਹੋਏ ਜਾਂ ਹੋਰ। ਚਲੋ ਮੈਂ ਦੱਸ ਦਿੰਦਾ ਮਿਸਟਰ ਮਲਹੋਤਰਾ, ਮੈਂ ਦੱਸ ਦਿੰਦਾ ਗੰਨੇ ਦੇ ਬਕਾਇਆ ਜਿਹੜਾ ਤੁਸੀਂ ਵਾਅਦਾ ਕੀਤਾ ਸੀ, ਜਿਹੜੀ ਤਰੀਕ ਦਿੱਤੀ ਸੀਗੀ, ਉਹ ਬਕਾਇਆ ਹਜੇ ਤੱਕ ਨਹੀਂ ਮਿਲਿਆ ਗਿਆ। ਕਈ ਮਿੱਲਾਂ ਦੇ ਬਕਾਏ ਹਜੇ ਪੈਂਡਿੰਗ ਹੈ। ਸੁਣ ਲਓ ਨਾ ਮਿਸਟਰ ਮਲਹੋਤਰਾ, ਸੁਣ ਲਓ। ਤੁਹਾਡੀ ਗੱਲ ਅੱਗੇ ਵਧਾ ਰਿਹਾ ਸਰ, ਤੁਹਾਡੀ ਗੱਲ ਅੱਗੇ ਵਧਾ ਰਿਹਾ। ਮਲਹੋਤਰਾ ਸਾਹਿਬ ਤੁਹਾਡੀ ਗੱਲ ਅੱਗੇ ਵਧਾ ਰਿਹਾ ਨਾ ਸਰ, ਮੈਂ ਆ ਰਿਹਾ ਤੁਹਾਡੇ ਕੋਲ ਹੀ ਆ ਰਿਹਾ ਸਰ, ਤੁਹਾਡੇ ਪੁਆਇੰਟ ਲੈ ਕੇ। ਜਿਹੜਾ ਜਿਹੜੀ ਮੂੰਗੀ ਦੀ ਫਸਲ ਤੁਸੀਂ ਗੱਲ ਕਰਦੇ ਹੋ, ਸੁਣ ਤਾਂ ਲਓ ਨਾ ਮਲਹੋਤਰਾ ਸਾਹਿਬ, ਤੁਹਾਡੀ ਗੱਲ ਹੀ ਸੁਣਨ ਵਾਸਤੇ ਬੈਠੇ ਸਰ। ਮਲਹੋਤਰਾ ਸਾਹਿਬ, ਜਿਹੜੀ ਮੂੰਗੀ ਦੀ ਫਸਲ ਤੁਸੀਂ ਗੱਲ ਕਰਦੇ ਹੋ, MSP ਦੇ ਵਿਚਾਲੇ ਜਿਹੜਾ ਪਾੜਾ ਹੈ ਉਹਦੇ ਵਾਸਤੇ ਵੀ ਤੁਸੀਂ ਦਿਨ ਮੰਗੇ ਹੈ, 15 ਦਿਨ ਤੁਸੀਂ ਮੰਗੇ ਹੈ ਕਿ ਪਾੜਾ ਜਿਹੜਾ 1000 ਰੁਪਏ ਤੱਕ ਉਹ ਦੂਰ ਕਰ ਦਿੱਤਾ ਜਾਊਗਾ। ਮਿਸਟਰ ਮਲਹੋਤਰਾ, ਕੋਈ ਗੱਲ ਨਹੀਂ, ਹਾਂ ਬੋਲੋ। ਦੇਖੋ, ਸਮਾਂ ਕਿਸੇ ਚੀਜ਼ ਵਿੱਚ ਲੱਗ ਸਕਦਾ ਹੈ, ਪਰ ਸਾਡੀ ਨੀਅਤ ਤੱਕ ਵਿੱਚ ਤਾਂ ਕੋਈ ਖੋਟ ਨਹੀਂ ਹੈ ਨਾ, ਸਾਡੀ ਕੋਸ਼ਿਸ਼ ਵਿੱਚ ਤਾਂ ਕੋਈ ਖੋਟ ਨਹੀਂ ਹੈ। ਜਿਹੜਾ ਹੁਣ ਤੱਕ ਅਸੀਂ ਕੀਤਾ ਉਸ ਤੋਂ ਇਹ ਸਿੱਧ ਹੁੰਦਾ ਹੈਗਾ। ਔਰ 300 ਕਰੋੜ ਜਿਹੜਾ ਪਿਛਲੇ ਕਈ ਸਾਲਾਂ ਦਾ ਖੜਾ ਸੀਗਾ, ਉਹ ਅਸੀਂ 15 ਸਤੰਬਰ ਤੱਕ ਕਲੀਅਰ ਕਰ ਚੁੱਕੇ ਹਾਂ। ਪਲੀਜ਼ ਕਾਈਂਡਲੀ ਚੈੱਕ ਯੂਰ ਫੈਕਟਸ, ਇਟ ਹੈਜ਼ ਬੀਨ credited into the accounts of the farmers। 15 ਸਤੰਬਰ ਨੂੰ ਹੋ ਚੁੱਕਾ ਸੀਗਾ। ਸੋ ਦੁਆਬੇ ਦੀਆਂ ਜਿਹੜੀਆਂ ਮਿੱਲਾਂ ਹੈਗੀਆਂ ਉਹਨਾਂ ਦਾ ਬਕਾਇਆ ਮਿਲ ਗਿਆ ਕਿਸਾਨਾਂ ਨੂੰ ਸਰ। ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹਨਾਂ ਦਾ ਖੜਾ ਹੈਗਾ, ਅਸੀਂ ਉਹਨਾਂ ਦਾ ਵੀ ਦਵਾਵਾਂਗੇ। ਉਹ ਨਹੀਂ ਦੇਣਗੇ ਤਾਂ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਤੇ ਆਪ ਕਾਰਵਾਈ ਕਰਾਂਗੇ। ਤੇ ਜਿਹੜੇ ਫੋਰਨ ਚਲੇ ਗਏ ਮਿਸਟਰ ਮਲਹੋਤਰਾ, ਇੱਥੇ ਹੈ ਨਹੀਂ ਪੰਜਾਬ 'ਚ, ਉਹਨਾਂ ਦਾ ਕੀ ਕਰੋਗੇ? ਜਿਹੜੇ ਉਹਨਾਂ ਦੀ ਜਿਹੜੀ ਮਿੱਲਾਂ ਹੈਗੀਆਂ ਉਹ ਸਰਕਾਰ ਆਪਣੇ ਕਬਜ਼ੇ 'ਚ ਲਏਗੀ ਔਰ ਆਪ ਕਾਰਵਾਈ ਕਰੇਗੀ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਬਹੁਤ ਸਾਰੇ ਸਵਾਲ ਹੈਗੇ ਆ, ਇਹਨਾਂ ਸਵਾਲਾਂ ਨੂੰ ਸੁਧਿਰਤਾ ਨਾਲ ਨਜਿੱਠਣ ਦੀ ਜ਼ਰੂਰਤ ਹੈਗੀ ਆ। ਕਿਸਾਨੀ ਆ ਜਿਹੜੀ ਉਹ ਸਾਡੀ ਜਵਾਨੀ ਨੂੰ, ਸਾਡੀ ਜ਼ਮੀਨ ਨੂੰ ਅੱਗੇ ਤੋਰਨ ਵਾਸਤੇ ਹੈ, ਤੇ ਜੇ ਕਿਸਾਨੀ ਨਾਰਾਜ਼ ਹੈ ਤਾਂ ਫਿਰ ਕੁਝ ਵੀ ਠੀਕ ਨਹੀਂ ਹੈਗਾ, ਕੁਝ ਵੀ ਲੀਤ ਨਹੀਂ ਹੈਗਾ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਕਿਸਾਨ ਜਥੇਬੰਦੀਆਂ ਦੇ ਕਿਹੜੇ ਮੁੱਦੇ ਆ ਕੇ ਸੂਬਾ ਸਰਕਾਰ ਬੇਬਸ ਹੈ? ਟੀਨਾ ਚੌਧਰੀ, ਹਰਨੇਕ ਸਿੰਘ ਮਹਿਮਾ ਹਰਾਂ ਨੇ ਬਹੁਤ ਵੱਡੀ ਗੱਲ ਕਹੀ ਹੈ। ਉਹਨਾਂ ਦੀ ਇੱਕ ਗੱਲ ਵਿੱਚ ਤੁਸੀਂ ਸਾਰੇ ਲਪੇਟੇ ਵਿੱਚ ਆ ਗਏ ਹੋ।
ਉਹਨਾਂ ਨੇ ਕਿਹਾ ਜਿਵੇਂ ਪਿਛਲੀਆਂ ਸਰਕਾਰਾਂ ਕੰਮ ਕਰਦੀਆਂ ਸੀ ਉਵੇਂ ਇਹ ਕਰਦੀ ਪਈ ਹੈ ਟੀਨਾ ਚੌਧਰੀ। ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੇਰੇ ਖਿਆਲ ਦੇ ਵਿੱਚ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਜੋ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜਿੰਨਾ ਹੋ ਸਕਿਆ ਇਹਨਾਂ ਨੇ ਡਟ ਕੇ ਇਹਨਾਂ ਨਾਲ ਲੜਾਈ ਲੜੀ ਹੈ, ਚਾਹੇ ਉਹ ਇਹਨਾਂ ਤੇ 3 ਕਾਲੇ ਕਾਨੂੰਨ ਕਿਉਂ ਨਾ ਹੋਣ। ਸਾਡੀ ਕਾਂਗਰਸ ਪਾਰਟੀ ਨੇ ਹਮੇਸ਼ਾ ਇਹਨਾਂ ਨਾਲ ਮੋਢਾ ਜੋੜ ਕੇ ਅਸੀਂ ਇਹਨਾਂ ਦਾ ਸਾਥ ਦਿੱਤਾ ਹੈਗਾ। ਔਰ ਰਹੀ ਗੱਲ ਚਾਹੇ ਉਹ ਗੰਨੇ ਦੀ ਉਹ ਬਕਾਇਆ ਰਾਸ਼ੀ ਦੀ ਹੋਏ ਜਾਂ ਫਿਰ ਮਿੱਲਾਂ ਨੂੰ ਪ੍ਰਾਈਵੇਟਾਈਜੇਸ਼ਨ ਨੂੰ ਘੱਟ ਕਰਕੇ ਸਰਕਾਰੀ ਮਿੱਲਾਂ ਨੂੰ ਪ੍ਰਮੋਟ ਕਰਨਾ ਹੋਏ, ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਕਾਂਗਰਸ ਪਾਰਟੀ ਸਰਕਾਰ ਦੇ ਟਾਈਮ ਤੇ ਜਿਹੜੀਆਂ ਸਰਕਾਰੀ ਮਿੱਲਾਂ ਸੀਗੀਆਂ ਉਹਨਾਂ ਨੂੰ ਵੀ ਰੀਸਟਰਕਚਰ ਕਰਕੇ ਰੀ-ਲੋਨ ਅਪਲਾਈ ਕਰਕੇ ਉਹਨਾਂ ਨੂੰ ਦੁਬਾਰਾ ਤੋਂ ਚਲਾਉਣ ਦੇ ਵਾਸਤੇ ਸਾਡੀ ਪਾਰਟੀ ਨੇ ਪ੍ਰਪੋਜ਼ਲ ਰੱਖਿਆ ਸੀਗਾ ਤਾਂ ਕਿ ਪ੍ਰਾਈਵੇਟਾਈਜੇਸ਼ਨ ਨੂੰ ਬੜਾਵਾ ਨਾ ਦਿੱਤਾ ਜਾ ਸਕੇ ਔਰ ਘੱਟ ਰੇਟਾਂ ਦੇ ਉੱਤੇ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਖਰਚਾ ਉਪਦਾਨ ਕੀਤਾ ਜਾ ਸਕੇ। ਔਰ ਸਾਡੀ ਪਾਰਟੀ ਤੇ ਜਦੋਂ 360 ਰੁਪਏ ਜਿਹੜਾ ਰੇਟ ਵਧਾਇਆ ਸੀਗਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿੰਨੀ ਲਾਗਤ ਲੱਗਦੀ ਸੀਗੀ ਉਹਦਾ ਮੈਕਸਿਮਮ 10 ਤੋਂ 20% ਦੀ ਰੇਸ਼ੋ ਘੱਟ ਸੀਗੀ ਔਰ ਉਹ ਵੀ ਅਸੀਂ ਪਹਿਲੇ ਵਧਾਇਆ, ਪਹਿਲੇ 320 ਸੀਗਾ, 320 ਤੋਂ 360 ਕੀਤਾ। ਹੁਣ ਆਮ ਆਦਮੀ ਪਾਰਟੀ ਨੇ 380 ਕਰ ਦਿੱਤਾ ਪਰ ਲਾਗਤ ਕਿੰਨੀ ਹੈ 470। ਤਾਂ ਕੀ ਫਰਕ ਰਹਿ ਗਿਆ ਇਹਨਾਂ ਦਾ? ਤੇ ਪ੍ਰੋਫਿਟ ਸ਼ੇਅਰਿੰਗ ਤੇ ਹੋ ਹੀ ਨਹੀਂ ਰਿਹਾ। ਤੇ ਸਾਡੇ ਟਾਈਮ 'ਚ ਸੀਗਾ 410 ਜਿਹੜੀ ਲਾਗਤ ਲੱਗਦੀ ਸੀਗੀ ਔਰ ਪ੍ਰਾਈਵੇਟਾਈਜੇਸ਼ਨ ਨੂੰ ਬੜਾਵਾ ਨਾ ਦਿੰਦੇ ਹੋਏ ਸਰਕਾਰੀ ਮਿੱਲਾਂ ਨੂੰ ਅਸੀਂ ਪ੍ਰਮੋਟ ਕਰਨ ਲਈ ਵੀ ਅਸੀਂ ਸਾਡਾ ਬੜਾਵਾ ਦਿੱਤਾ ਤੇ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ। ਮੇਰੇ ਖਿਆਲ 'ਚ ਇਹਨਾਂ ਨਾਲੋਂ ਤੇ ਹੁਣ ਤੱਕ ਅਸੀਂ ਵਧੀਆ ਹੀ ਕਰਕੇ ਦਿਖਾਇਆ ਮੈਂ ਟੀਨਾ ਚੌਧਰੀ ਥੋੜਾ ਤੁਹਾਨੂੰ ਯਾਦ ਕਰਾ ਦਵਾਂ ਟੀਨਾ ਜੀ, ਤੁਹਾਡਾ ਤਾਂ ਇਲਾਕਾ ਵੀ ਉਹ ਹੈ। ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਰਹੇ ਆ ਗੰਨੇ ਦੇ ਬਕਾਏ ਵਾਸਤੇ, ਤੁਸੀਂ ਤਾਂ ਆਪਦੇ ਲੀਡਰ ਦੀ ਨਹੀਂ ਸੁਣਦੇ ਸੀਗੇ ਟੀਨਾ ਚੌਧਰੀ। ਤੇ ਅੱਜ ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਹਾਡੇ ਬੀਜੇ ਹੋਏ ਕੰਡੇ ਅਸੀਂ ਚੁੱਕਦੇ ਪਏ ਆ। ਦੇਖੋ ਇਸ ਤਰ੍ਹਾਂ ਹੈਗਾ, ਹਾਈ ਕਮਾਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੰਦਰ ਕੀ ਗੱਲਬਾਤ ਉਹਨਾਂ ਦੀ ਰਹਿੰਦੀ ਹੋਏਗੀ, ਕਿਸ ਵਜ੍ਹਾ ਨਾਲ ਉਹਨਾਂ ਨੇ ਆਵਾਜ਼ ਚੁੱਕੀ ਹੋਏਗੀ ਕਿ ਸਾਡਾ ਐਜ਼ ਅ ਸਪੋਕਸਪਰਸਨ ਜੋ ਸਾਨੂੰ ਜੋ ਵੀ ਹਾਲਾਤ ਹੁੰਦੇ ਨੇ ਅਸੀਂ ਉਹ ਪ੍ਰੈਜ਼ੈਂਟ ਕਰਨੇ ਹੁੰਦੇ ਨੇ। ਬਟ देयर ਮਸਟ ਬੀ ਸਮ ਰੀਜ਼ਨ ਜਿਹਦੇ ਕਰਕੇ ਇਹ ਚੀਜ਼ ਸਾਹਮਣੇ ਹੋਈ ਹੈ। ਔਰ ਉਸ ਟਾਈਮ ਤੇ ਵੀ ਜੋ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਆਪਣੇ ਨਿੱਜੀ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਐਮਐਲਏਸ ਕੰਮ ਕਰ ਰਹੇ ਸੀਗੇ ਉਹਨਾਂ ਨਾਲ ਜੋ ਉਹਨਾਂ ਨੇ ਕੀਤਾ ਅੱਜ ਪੂਰਾ ਪੰਜਾਬ ਜਾਣਦਾ ਔਰ ਅੱਜ ਸਾਡੀ ਕਾਂਗਰਸ ਪਾਰਟੀ ਉਹ ਸਾਰੀ ਚੀਜ਼ ਭੁਗਤ ਰਹੀ ਹੈ ਔਰ ਐਕਸੈਪਟ ਕਰਦੇ ਹਾਂ ਅਸੀਂ ਕਿ ਸਾਡੇ ਉਸ ਟਾਈਮ ਜਿਹੜੇ ਉੱਪਰ ਚੀਫ ਬੈਠੇ ਸੀ ਉਹਨਾਂ ਨੇ ਕਿਸੇ ਨੂੰ ਵੀ ਪ੍ਰੋਪਰ ਢੰਗ ਨਾਲ ਕੋਈ ਕੰਮ ਕਰਨ ਦਿੱਤਾ ਹੀ ਨਹੀਂ ਔਰ ਅੱਜ ਉਹ ਬੀਜੇਪੀ 'ਚ ਜਾ ਕੇ ਫਿਰ ਆਮ ਆਦਮੀ ਪਾਰਟੀ ਨੂੰ ਸ਼ਾਬਾਸ਼ ਦੇ ਦਿਓ ਨਾ। ਉਹ ਤਰੀਕ ਤਾਂ ਦੇ ਰਹੇ ਨੇ, ਇੰਨੀ ਤਰੀਕ ਤੱਕ ਅਸੀਂ ਆਹ ਕਰ ਦਾਂਗੇ, ਇੰਨੀ ਤਰੀਕ ਤੱਕ ਆਹ ਕਰ ਦਾਂਗੇ, ਡੈਡਲਾਈਨ ਤਾਂ ਰੱਖ ਰਹੇ ਨਾ ਉਹ। ਇਹ ਡੈਡਲਾਈਨ ਰੱਖਣਗੇ, ਇਹ ਤੋਂ ਲਿਖਾ ਕੇ ਲੈ ਲਓ, ਇਹ ਤੋਂ ਪੂਰਾ ਤਾਂ ਕੋਈ ਕੰਮ ਨਹੀਂ ਹੋਣਾ। ਇੱਕ ਐਗਜ਼ਾਮਪਲ ਦਿੰਨੀ ਆ ਮੈਂ ਤੁਹਾਨੂੰ। ਇਹਨਾਂ ਨੇ ਕੰਪਨਸੇਟ ਮੰਗਿਆ ਆਪਣੇ ਕਿਸਾਨਾਂ ਨੇ ਕਿ ਸਾਨੂੰ ਲੰਪੀ ਸਕਿਨ ਡਿਜ਼ੀਜ਼ ਦੇ ਵਿੱਚ ਜਿਹੜੀਆਂ ਸਾਡੇ ਪਸ਼ੂ ਜਿਹੜੇ ਮਰ ਚੁੱਕੇ ਨੇ ਉਹਨਾਂ ਤੇ ਕੰਪਨਸੇਸ਼ਨ ਦਿੱਤਾ ਜਾਏ। ਤੁਹਾਨੂੰ ਪਤਾ ਕੀ ਗੱਲ ਦੀ ਇਹਨਾਂ ਨੇ ਕਲੌਜ਼ ਰੱਖਿਆ ਵਿੱਚ? ਕਲੌਜ਼ ਇਹ ਰੱਖਿਆ ਕਿ ਉਹਨਾਂ ਸਾਰੀਆਂ ਬੋਡੀਆਂ ਦਾ ਪੋਸਟਮਾਰਟਮ ਕੀਤਾ ਜਾਏਗਾ। ਹੁਣ ਕਬਰਾਂ ਦੇ ਵਿੱਚੋਂ ਕੱਢ ਕੇ ਜਿਹੜੀਆਂ ਪਸ਼ੂ ਨੇ ਉਹਨਾਂ ਨੂੰ ਕਬਰਾਂ ਚੋਂ ਕੱਢ ਕੇ ਕਿਸ ਤਰ੍ਹਾਂ ਪੋਸਟਮਾਰਟਮ ਤੁਸੀਂ ਫੈਕਚੁਅਲੀ ਕਹਿ ਰਹੇ ਹੋ ਟੀਨਾ ਚੌਧਰੀ, ਤੁਸੀਂ ਫੈਕਚੁਅਲੀ ਕਹਿ ਰਹੇ ਹੋ ਕਿ ਪੋਸਟਮਾਰਟਮ ਕੀਤਾ ਜਾਊਗਾ? ਫੈਕਚੁਅਲ ਕਹਿ ਰਹੇ ਹੋ ਤੁਸੀਂ? ਇਹਨਾਂ ਨੇ ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਸਾਡੀ ਜਿਹੜੀ ਟੀਮ ਹੈਗੀ ਆ ਪੋਸਟਮਾਰਟਮ ਕਰਨਗੀਆਂ ਪਹਿਲੇ। ਔਰ ਉਹਨਾਂ ਨੇ ਕਿਹਾ ਕਿ 2 ਮਹੀਨੇ ਹੋ ਚੁੱਕੇ ਨੇ, ਹੁਣ ਡੀਕੰਪੋਜ਼ ਹੋ ਚੁੱਕੀ ਹੈ ਬੋਡੀ, ਹੁਣ ਕਿਸ ਤਰ੍ਹਾਂ ਪੋਸਟਮਾਰਟਮ ਕਰਕੇ ਤੁਸੀਂ ਕੰਪਨਸੇਸ਼ਨ ਦਿਓਗੇ? ਤਾਂ ਇਦਾਂ ਦੇ ਤੇ ਕਲੌਜ਼ ਲਗਾਉਂਦੇ ਨੇ। ਨਹੀਂ ਫਿਰ ਜਦੋਂ ਇਹ ਮੰਗ ਕਰਦੇ ਆ ਟੀਨਾ ਚੌਧਰੀ, ਤੁਹਾਨੂੰ ਵੀ ਡਿਮਾਂਡ ਕਰਨੀ ਚਾਹੀਦੀ ਨਾਲ। ਸੈਂਟਰ ਸਰਕਾਰ ਤੋਂ ਜਦੋਂ ਇਹ ਡਿਮਾਂਡ ਕਰਦੇ ਆ ਲੰਪੀ ਸਕਿਨ ਦੇ ਮਾਮਲੇ ਵਿੱਚ, ਤੁਸੀਂ ਤਾਂ ਕੋਈ ਆਵਾਜ਼ ਨਹੀਂ ਚੁੱਕੀ ਵੀ ਸੈਂਟਰ ਨੂੰ ਕੁਝ ਕਰਨਾ ਚਾਹੀਦਾ। ਬਿਲਕੁਲ ਅਸੀਂ ਚੁੱਕ ਰਹੇ ਸਰ, ਕਿਉਂ ਨਹੀਂ ਚੁੱਕ ਰਹੇ? ਅਸੀਂ ਤਾਂ ਡੇ 1 ਤੋਂ ਕਹਿ ਰਹੇ ਕਿ ਜਿਨ੍ਹਾਂ ਨਾਲ ਇਸ ਤਰ੍ਹਾਂ ਹੋ ਰਿਹਾ। ਪ੍ਰਤਾਪ ਬਾਜਵਾ ਸਾਡੇ ਓਪੋਜੀਸ਼ਨ ਲੀਡਰ ਨੇ, ਉਹਨਾਂ ਨੇ ਹਰ ਟਾਈਮ ਅੱਗੇ ਗੱਲ ਰੱਖੀ ਔਰ ਅਸੀਂ ਅਪੀਲ ਵੀ ਕੀਤੀ। ਚਲੋ ਮੈਂ ਵਾਪਸ ਆ ਰਿਹਾ। ਮਿਸਟਰ ਸੋਈ, ਦਿੱਲੀ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ, ਮੈਨੂੰ ਦੋਨਾਂ ਦਾ ਜ਼ਿਕਰ ਕਰਨਾ ਪਊਗਾ, ਪਰਾਲੀ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ, ਤੁਸੀਂ ਉਹ ਅਪੀਲ ਖਾਰਜ ਕੀਤੀ ਹੈ। ਹੁਣ ਕਿਸਾਨ ਕਹਿੰਦੇ ਆ ਕਿ ਪਰਾਲੀ ਨੂੰ ਅੱਗ ਲਾਏ ਬਿਨਾਂ ਸਰਨਾ ਨੀਗਾ, ਜੇ ਸਾਡੇ ਤੇ ਪਰਚੇ ਦਰਜ ਹੋਏ ਤਾਂ ਫਿਰ ਅਸੀਂ ਡਰਨਾ ਨਹੀਂ। ਮਿਸਟਰ ਸੋਈ ਦੇਖੋ, ਪਹਿਲਾਂ ਤੇ ਤੁਸੀਂ ਨਾ ਆ ਜਿਹੜੀ ਪਰਾਲੀ ਵਾਲੀ ਗੱਲ ਲੈਣ ਦੀ, ਪਹਿਲਾਂ ਮੈਂ ਇਹਨਾਂ ਦੀਆਂ ਗੱਲਾਂ, ਤੁਹਾਡੀ ਗੱਲ ਦਾ ਜਵਾਬ ਦੇ ਲੈਣਾ, ਬਾਕੀ ਗੱਲਾਂ ਤੇ ਬਾਅਦ ਚ ਆਉਣਾ। ਪਰਾਲੀ ਦੀ ਜਦੋਂ ਗੱਲ ਹੋਈ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੀ 1000 ਰੁਪਈਆ ਜੀ ਅਸੀਂ ਤੇ ਦਿੱਲੀ ਵਾਲੇ 500 ਪਾਉਂਦੇ ਆ ਤੇ ਕੇਂਦਰ ਜਿਹੜਾ ਹੈਗਾ ਉਹ 1500 ਰੁਪਈਆ ਪਾਵੇ ਪਰ ਏਕੜ, ਤੇ ਅਸੀਂ 2500 ਰੁਪਈਆ ਪਰ ਏਕੜ ਕਿਸਾਨਾਂ ਨੂੰ ਦੇਵਾਂਗੇ ਤਾਂ ਕਿ ਉਹ ਪਰਾਲੀ ਨਾ ਸਾੜਨ। ਲੇਕਿਨ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਪਿਛਲੇ 4 ਵਰ੍ਹਿਆਂ 'ਚ ਹਿੰਦੁਸਤਾਨ ਦੀ ਸਰਕਾਰ 2000 ਕਰੋੜ ਰੁਪਈਆ ਪੰਜਾਬ ਨੂੰ ਦੇ ਚੁੱਕੀ ਹੈ ਤੇ ਉਹ ਕਿਸਾਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ, ਉਹ ਕਿੱਥੇ ਗਿਆ, ਉਹਦਾ ਜਵਾਬ ਦੇ ਦੇਣ। 496 ਕਰੋੜ ਰੁਪਏ ਦਿੱਤੇ ਗਏ ਨੇ ਸਬਸਿਡੀ ਵਾਸਤੇ ਕਿ ਜਿਹੜੀਆਂ ਮਸ਼ੀਨਾਂ ਹੈਪੀ ਸੀਡਰ ਜਾਂ ਜਿਹੜੇ ਸਮਾਰਟ ਸੀਡਰ ਦੇਣੇ ਨੇ ਕਿ ਉਹਨਾਂ ਵਾਸਤੇ ਸਬਸਿਡੀ ਦੇ ਦਿਓ। ਤਕਰੀਬਨ ਪਿਛਲੇ ਵਰ੍ਹੇ ਤੱਕ 1.25 ਲੱਖ ਮਸ਼ੀਨ ਜਿਹੜੀ ਸੀਗੀ ਉਹ ਅਵੇਲੇਬਲ ਸੀਗੀ
ਤੇ 30,000 ਜਿਹੜੀਆਂ ਸੀਗੀਆਂ ਉਹ ਕੋਆਪਰੇਟਿਵ ਸੁਸਾਇਟੀਜ਼ ਦੀਆਂ ਪੁਆਇੰਟ ਰੱਖੇ ਗਏ ਸੀਗੇ, ਜਿਨ੍ਹਾਂ ਤੋਂ ਕਿਸਾਨ ਜਿਹੜੇ ਆ ਉਹ ਹੈਪੀ ਸੀਡਰ ਲੈ ਕੇ ਤੇ ਆਪਣੀ ਫਸਲ ਨੂੰ ਨਾ ਸਾੜਨਗੇ। ਲੇਕਿਨ ਆ ਸੁਪਰੀਮ, ਆ ਤੁਹਾਨੂੰ ਦੱਸਾਂ ਜਿਹੜੇ ਕੇਪੀ ਜੀ, ਆ ਸੁਪਰੀਮ ਕੋਰਟ ਮੋਨੀਟਰਡ ਸਾਰਾ ਪਰਾਲੀ ਦਾ ਹੋ ਰਿਹਾ ਕਿ ਪਰਾਲੀ ਨੂੰ ਜਿਹੜੀ ਸਬਲ ਬਰਨਿੰਗ ਆ ਨਾ ਕੀਤੀ ਜਾਵੇ। ਲੇਕਿਨ ਪੰਜਾਬ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਤੇ 2500 ਰੁਪਈਆ ਪਰ ਏਕੜ ਦੇ ਰਹੀ ਹੈ। ਲੇਕਿਨ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀਗੀ ਕਿ ਅਸੀਂ 30,000 ਕਰੋੜ ਰੁਪਈਆ ਰੇਤਾ ਚੋਂ ਕਮਾ ਲਾਂਗੇ, 40,000 ਕਰੋੜ। ਥੋੜਾ ਮੈਨੂੰ ਕਲੈਰੀਫਾਈ ਕਰ ਦਿਓ ਡਾਕਟਰ ਸੋਈ, ਸੈਂਟਰ ਗਵਰਨਮੈਂਟ ਹਰਿਆਣਾ ਜਾਂ ਕਿਸੇ ਹੋਰ ਸਰਕਾਰ ਨੂੰ ਪਰਾਲੀ ਦੇ ਮੁੱਦੇ ਤੇ ਕੋਈ ਮੁਆਵਜ਼ਾ ਦੇ ਰਹੀ ਹੈ? ਦੇਖੋ, ਪੰਜਾਬ ਨੂੰ ਸਭ ਤੋਂ ਜ਼ਿਆਦਾ ਮੁਆਵਜ਼ਾ ਦੇ ਰਹੀ ਹੈ, ਲੇਕਿਨ ਗੱਲ ਮੈਨੂੰ ਕੰਪਲੀਟ ਕਰ ਲੈਣ ਦਿਓ। ਸਭ ਤੋਂ ਜ਼ਿਆਦਾ ਪੰਜਾਬ ਨੂੰ ਮੁਆਵਜ਼ਾ ਦੇ ਰਹੀ ਹੈ, ਹਰਿਆਣਾ ਤੇ ਯੂਪੀ ਬਾਅਦ ਚਾਹੁੰਦੇ ਨੇ। ਕੇਜਰੀਵਾਲ ਸਾਹਿਬ ਨੇ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਹਾ ਸੀਗਾ ਜੀ ਅਸੀਂ ਜੀ ਇੱਕ ਬਾਇਓ ਡੀਕੰਪੋਜ਼ਰ ਬਣਾ ਲਿਆ ਪੂਸਾ ਇੰਸਟੀਚਿਊਟ ਨਾਲ ਮਿਲ ਕੇ, ਤੇ ਜਿਹੜੀ ਪਰਾਲੀ ਸਾੜਨ ਦੀ ਸਮੱਸਿਆ ਜਿਹੜੀ ਹੈ ਉਹ ਸਦਾ ਲਈ ਅਸੀਂ ਸਮਾਪਤ ਕਰ ਦਿੱਤੀ ਹੈ, ਤੇ ਬਾਇਓ ਡੀਕੰਪੋਜ਼ਰ 100 ਰੁਪਏ ਦਾ 1 ਏਕੜ 'ਚ ਯੂਜ਼ ਹੋਏਗਾ, ਤੇ ਅਸੀਂ ਪੰਜਾਬ ਨੂੰ ਹੁਣ ਪਰਾਲੀ ਸਾੜਨ ਨਹੀਂ ਦਿਆਂਗੇ। ਤੇ ਮੈਂ ਕਹਿੰਦਾ ਉਹਦੀ ਜਿਹੜੀ ਇਹਨਾਂ ਨੇ ਰਿਸਰਚ ਕੇਜਰੀਵਾਲ ਸਾਹਿਬ ਨੇ ਕੀਤੀ ਸੀ ਸੋ ਕੋਲਡ, ਉਹਦੇ ਤੇ ਇਹਨਾਂ ਨੇ 43 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਯੂਜ਼ ਖਰਚੀ ਸੀਗੀ ਕਿ ਉਹ ਰਿਸਰਚ ਨੂੰ ਪਬਲਿਸਾਈਜ਼ ਕਰਨ ਵਾਸਤੇ। ਲੇਕਿਨ ਹੋਇਆ ਕੀ ਹੁਣ ਉਹ ਬਾਇਓ ਡੀਕੰਪੋਜ਼ਰ ਜਿਹਦੇ ਉੱਪਰ 43 ਕਰੋੜ ਕੇਜਰੀਵਾਲ ਸਾਹਿਬ ਨੇ ਖਰਚ ਕੀਤਾ ਸੀਗਾ, ਉਹ ਪੰਜਾਬ 'ਚ ਲਿਆ ਕੇ ਉਹਨੂੰ ਨਹੀਂ ਯੂਜ਼ ਕਰ ਸਕਦੇ ਕਿ ਕਿਸਾਨਾਂ ਨੂੰ ਨਹੀਂ ਦੇ ਸਕਦੇ ਉਹ ਬਾਇਓ ਡੀਕੰਪੋਜ਼ਰ, ਤਾਂ ਕਿ ਕਿਸਾਨ ਜਿਹੜਾ ਪਰਾਲੀ ਨਾ ਸਾੜੇ। ਠੀਕ ਹੈ, ਇੱਕ ਮਿੰਟ ਥੋੜਾ ਜਿਹਾ ਕਲੈਰੀਫਾਈ ਕਰ ਦਿਓ ਸੋਈ ਸਾਹਿਬ। ਮੈਂ ਪੁੱਛ ਰਿਹਾ ਸੀਗਾ 2000 ਕਰੋੜ ਰੁਪਏ ਜਿਹੜਾ ਤੁਸੀਂ ਕਿਹਾ ਸਰ, ਇਹ ਕਿਹੜੇ ਸਾਲ 'ਚ ਦਿੱਤਾ ਸੀਗਾ ਤੇ ਪਰਾਲੀ ਦਾ ਮੁਆਵਜ਼ਾ ਸੀ ਕੀ ਸੀਗਾ 2000 ਕਰੋੜ ਜਿਹੜਾ ਤੁਸੀਂ ਡਾਟਾ ਦੇ ਰਹੇ ਹੋ? ਪਿਛਲੇ ਦੇਖੋ, ਦਿਸ ਇਜ਼ ਅਗੇਨ ਆਈ ਐਮ ਟੈਲਿੰਗ ਯੂ ਕੇਪੀ ਜੀ, ਦਿਸ ਇਜ਼ ਬੀਇੰਗ ਮੋਨੀਟਰਡ ਬਾਈ ਸੁਪਰੀਮ ਕੋਰਟ ਆਫ ਇੰਡੀਆ। ਇਸ ਕਰਕੇ ਇਹਨਾਂ ਨੂੰ 240 ਕਰੋੜ ਇੱਕ ਵਾਰੀ ਦਿੱਤੇ, 435 ਕਰੋੜ ਇੱਕ ਵਾਰੀ ਦਿੱਤੇ, 337 ਕਰੋੜ ਇੱਕ ਵਾਰੀ ਦਿੱਤੇ, 496 ਕਰੋੜ ਦੀ ਸਬਸਿਡੀ ਦਿੱਤੀ ਜਿਹੜੀਆਂ ਮਸ਼ੀਨਾਂ ਲੈਣੀਆਂ ਸੀਗੀਆਂ। ਇਸ ਕਰਕੇ ਤਕਰੀਬਨ 2000 ਕਰੋੜ ਰੁਪਏ ਸੈਂਟਰ ਖਰਚ ਕਰ ਚੁੱਕਾ ਪੰਜਾਬ ਵਾਸਤੇ, ਲੇਕਿਨ ਉਹ ਕਿਸਾਨਾਂ ਨੂੰ ਅੱਗੇ ਮਿਲਿਆ ਕਿ ਨਹੀਂ ਮਿਲਿਆ, ਦੈਟ ਇਜ਼ ਅ ਮੈਟਰ ਆਫ ਕੁਐਸਚਨ, ਦੈਟ ਇਜ਼ ਅ ਮੈਟਰ ਆਫ ਪ੍ਰੂਫ। ਸੋਈ ਸਾਹਿਬ ਪਰਾਲੀ ਦੇ ਮੁੱਦੇ ਤੇ ਜਿਹੜੀਆਂ ਕੋਰਟ ਦੀਆਂ ਗਾਈਡਲਾਈਨ ਸੀਗੀਆਂ, ਕੀ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਉਹਨੂੰ ਫੁੱਲਫਿਲ ਕਰਦੀ ਪਈ ਹੈ ਨਹੀਂ? ਮੇਰਾ ਸਿੰਪਲ ਸਵਾਲ ਹੈ ਸਰ। ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਇਹਨਾਂ ਨੇ ਤੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਹੀ ਮੁਨਾਸਿਬ ਨਹੀਂ ਸਮਝਿਆ, ਤੇ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਕਿ ਕੇਂਦਰ ਸਰਕਾਰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ, ਹਰਿਆਣੇ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਬਿਠਾ ਕੇ ਮੀਟਿੰਗ ਕਰਾਵੇ ਤੇ ਇਹਨਾਂ ਦਾ ਇੱਕ ਹੱਲ ਲੱਭਿਆ। ਪੰਜਾਬ ਦੇ ਮੁੱਖ ਮੰਤਰੀ ਤੇ ਮੇਰੇ ਸਵਾਲ ਦਾ ਜਵਾਬ ਹਜੇ ਤੱਕ ਨਹੀਂ ਆਇਆ ਸੋਈ ਸਾਹਿਬ। ਮੈਂ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਕਰਨਾ ਹੈ, ਮੇਰੇ ਸਵਾਲ ਦਾ ਜਵਾਬ ਹਜੇ ਤੱਕ ਨਹੀਂ ਆਇਆ ਕਿ ਕੋਰਟ ਦੀਆਂ ਗਾਈਡਲਾਈਨਸ ਨੂੰ ਕਿਸੇ ਵੀ ਧਿਰ ਨੇ, ਚਾਹੇ ਸਟੇਟ ਆ ਚਾਹੇ ਸੈਂਟਰ ਆ, ਉਹਨਾਂ ਨੇ ਫੁੱਲਫਿਲ ਕੀਤਾ ਜਾਂ ਨਹੀਂ ਪਰਾਲੀ ਦੇ ਮੁੱਦੇ ਤੇ? ਸਰ ਮੇਰਾ ਬੜਾ ਸਟ੍ਰੇਟ ਕੁਐਸਚਨ ਹੈ। ਸੈਂਟਰ ਨੇ ਪੂਰਾ ਫੁੱਲਫਿਲ ਕੀਤਾ, ਸਟੇਟ ਹੈਜ਼ ਕੰਪਲੀਟਲੀ ਫੇਲਡ ਇਨ ਦੈਟ ਰਿਗਾਰਡ। ਚਲੋ ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਬਹੁਤ ਵੱਡਾ ਮੁੱਦਾ ਹੈਗਾ ਪਰਾਲੀ ਦਾ, ਇਸ ਮੁੱਦੇ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਕਿਸਾਨਾਂ ਨੇ ਸਾਫ਼ ਤੌਰ ਤੇ ਸਪਸ਼ਟ ਸ਼ਬਦਾਂ ਵਿੱਚ ਕਹਿਤਾ ਸਾਡੇ ਕੋਲੇ ਹੱਲ ਨਹੀਂ ਹੈਗਾ, ਜੇ ਤੁਹਾਡੇ ਕੋਲੇ ਹੱਲ ਹੈਗਾ ਤਾਂ 6000 ਰੁਪਇਆ ਪਰ ਏਕੜ ਸਾਨੂੰ ਦੇ ਦਿਓ ਤੇ ਫਿਰ ਹੱਲ ਕੱਢ ਲਓ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ, ਕਿਸਾਨ ਜਥੇਬੰਦੀਆਂ ਦੇ ਕਿਹੜੇ ਮੁੱਦਿਆਂ ਅੱਗੇ ਸੂਬਾ ਸਰਕਾਰ ਬੇਬਸ? ਮੈਂ ਇੱਕ ਮਿੰਟ ਆ ਰਿਹਾ ਮਿਸਟਰ ਮਲਹੋਤਰਾ। ਹਰਨੇਕ ਸਿੰਘ ਮਹਿਮਾ, ਕੀ ਕਹਿਣਾ ਚਾਹ ਰਹੇ ਤੁਸੀਂ? ਦੇਖੋ ਜੀ, ਪਹਿਲੀ ਗੱਲ ਤਾਂ ਮੈਨੂੰ ਲੱਗਦਾ 3 ਲੋਕ ਦੋਖੀ ਸਰਕਾਰਾਂ ਦੇ ਨੁਮਾਇੰਦੇ ਬੈਠੇ ਹੋਏ ਨੇ, ਇਹਨਾਂ ਨਾਲ ਨਿੱਜੀ ਕਿਸੇ ਕਿਸਮ ਦਾ ਕੋਈ ਨਹੀਂ, ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਤਿੰਨੇ ਹੀ ਲੋਕ ਦੋਖੀ ਸਰਕਾਰਾਂ ਦੇ ਨੁਮਾਇੰਦੇ ਬੈਠੇ ਨੇ। ਮੈਨੂੰ ਇਕੱਲੇ ਨੂੰ ਇਹਨਾਂ ਤਿੰਨਾਂ ਦਾ ਜਵਾਬ ਦੇਣਾ ਪੈਣਾ। ਬੋਲੋ। ਆਮ ਆਦਮੀ ਪਾਰਟੀ ਦੇ ਬੁਲਾਰੇ ਕਹਿ ਰਹੇ ਨੇ ਕਿ ਹਰਨੇਕ ਸਿੰਘ ਮਹਿਮਾ ਜੋ ਬੋਲ ਰਿਹਾ ਦਾ ਨਿੱਜੀ ਹੈ ਔਰ ਨਿੱਜੀ ਤੌਰ ਤੇ ਇਹ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਿਹਾ। ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਸੱਜਣਾਂ ਨੂੰ ਦੱਸ ਦਿਆਂ, ਮੇਰੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਸਾਡੀ ਜਥੇਬੰਦੀ ਦਾ ਹੈ, ਸਾਡੀ ਜਥੇਬੰਦੀ ਦੀ ਜ਼ਿੰਮੇਵਾਰੀ ਲੈਂਦੀ ਹੈ ਔਰ ਪੰਜਾਬ ਦੇ 80% ਲੋਕਾਂ ਦਾ ਇਹ ਜਿਹੜਾ ਮੇਰੇ ਮੂੰਹ ਚੋਂ ਇੱਕ ਇੱਕ ਨਿਕਲਿਆ ਹੋਇਆ ਸ਼ਬਦ। ਟਾਰਗੇਟ ਤੁਸੀਂ ਮੈਨੂੰ ਕਰ ਰਹੇ ਹੋ ਔਰ ਮੈਂ ਵਾਅਦੇ ਨਾਲ ਕਹਿਣਾ ਤੁਸੀਂ ਮੈਨੂੰ ਟਾਰਗੇਟ ਕਰਕੇ ਡਰਾਉਣਾ ਚਾਹੁੰਦੇ ਹੋ ਕਿ ਭਾਈ ਇਹ ਤੇਰੀ ਨਿੱਜੀ ਰਹਿ ਆ ਤੇ ਅਸੀਂ ਸਰਕਾਰ 'ਚ ਬੈਠੇ ਆ, ਸਾਡੀ ਸਰਕਾਰ ਤੁਸੀਂ ਚਲਾਉਂਦੇ ਹੋ, ਮੈਨੂੰ ਡਰਾਉਣਾ।
ਨਾ ਡਰਾਓ, ਮੇਰੀਆਂ ਗੱਲਾਂ ਦਾ ਜਵਾਬ ਦਿਓ। ਤੁਸੀਂ 1500 ਰੁਪਇਆ ਸਿੱਧਾ ਕਿਹਾ ਸੀ ਬਿਜਾਈ ਦਾ, ਦਿੱਤਾ? ਨਹੀਂ ਦਿੱਤਾ। ਬਿਲਕੁਲ ਦੇ ਰਹੇ ਆ, ਬਿਲਕੁਲ ਦੇ ਰਹੇ ਆ। ਇੱਕ ਮਿੰਟ ਮਿਸਟਰ ਮਲਹੋਤਰਾ ਇੱਕ ਮਿੰਟ ਆ ਰਿਹਾ ਕੋਈ, ਮੈਂ ਤੁਹਾਨੂੰ ਪੂਰਾ ਵਕਤ ਦਊਂਗਾ, ਚਿੰਤਾ ਨਾ ਕਰੋ, ਪੂਰਾ ਵਕਤ। ਇੱਕ ਮਿੰਟ ਮਿਸਟਰ ਮਹਿਮਾ ਸੁਣ ਲਓ। ਮਿਸਟਰ ਮਹਿਮਾ, ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 25 ਕਰੋੜ ਪੂਰਾ ਇਹਨਾਂ ਤੇ ਦੇਣਾ, ਤੇ ਉਹ ਕਹਿੰਦੇ ਵੀ 13 ਕਰੋੜ ਜਾ ਚੁੱਕਿਆ, 14 ਅਕਤੂਬਰ ਤੱਕ ਬਾਕੀ ਪੈਂਡਿੰਗ ਵੀ ਆ ਜਾਊਗਾ। ਹਾਂ ਮਿਸਟਰ ਮਹਿਮਾ ਹੁਣ ਬੋਲੋ। ਮੈਂ ਜਿਹੜੀ ਗੱਲ, ਹਾਂ, ਆਮ ਆਦਮੀ ਸਾਥੀ ਬੈਠੇ ਹੋਏ ਨੇ ਬੁਲਾਰੇ, ਮੇਰੀ ਇੱਕ ਇਹਨਾਂ ਨੂੰ ਚੈਲੰਜ ਏ, ਕੱਲ ਤੱਕ ਇੱਕ ਡਾਟਾ ਲੈ ਆਓ ਕਿ ਪੂਰੇ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਕਿਹੜੇ ਬਲਾਕਾਂ 'ਚ ਕਿੰਨਾ ਝੋਨਾ ਹੈ ਜਿਹੜਾ ਉਹ ਸਿੱਧੀ ਬਿਜਾਈ ਕੀਤਾ ਗਿਆ। ਫਿਰ ਗੱਲ ਅਗਲੀ ਤੁਰੇਗੀ ਕਿ ਮੁਆਵਜ਼ਾ ਕਿੰਨਾ ਦੇਤਾ, ਕਿਹਨੂੰ ਦੇਤਾ, ਕਿੰਨਾ ਰਹਿ ਗਿਆ। ਮੈਂ ਸਵਾਲ ਕਰ ਲਾਂ ਮਹਿਮਾ ਸਾਹਿਬ ਇਹਨਾਂ ਨੂੰ, ਮੇਰੀ ਬਾਤ ਮੈਨੂੰ ਗੱਲ ਆਪਣੀ ਪੂਰੀ ਕਰ ਦੇਣੀ। ਕਰੋ। ਇਹਨਾਂ ਨੇ ਕਿਹਾ ਸੀ ਕਿ ਮੂੰਗੀ ਜਿਹੜੀ ਵਿਕੇਗੀ ਘੱਟ ਰੇਟ ਤੇ, ਉਹਦਾ 1000 ਰੁਪਇਆ ਤੱਕ ਅਸੀਂ ਪੇ ਕਰਕੇ ਉਹਨੂੰ MSP ਦੇ ਬਰਾਬਰ ਕਰਾਂਗੇ। ਮੇਰਾ ਚੈਲੰਜ ਹੈ, ਕੱਲ ਤੱਕ ਇਹ ਡਾਟਾ ਲੈ ਆਓ ਕਿਹੜੇ ਜ਼ਿਲ੍ਹੇ 'ਚ ਕਿੰਨੀ ਮੂੰਗੀ ਕਿੰਨੀ ਰੇਟ ਤੇ ਕਿੰਨੇ ਕੁਆਂਟਲ ਵਿਕੀ, ਉਹਦੀ ਕਿੰਨੀ ਰਕਮ ਬਣਦੀ। ਮੱਕੀ ਦਾ ਵੀ ਤੁਸੀਂ ਇਹੀ ਕਿਹਾ ਸੀ, ਮੱਕੀ ਦਾ ਕੱਲ ਤੱਕ ਡਾਟਾ ਦੇ ਦਿਓ ਵੀ ਕਿੰਨੀ ਮੱਕੀ ਕਿਹੜੇ ਰੇਟ ਤੇ ਵਿਕੀ, ਕਿੰਨਾ ਡਿਫਰੈਂਸ ਉਹਦਾ ਰਹਿ ਗਿਆ। ਲੰਪੀ ਸਕਿਨ ਵਾਲਾ, ਲੰਪੀ ਸਕਿਨ ਤੇ ਤੁਸੀਂ ਡਾਟਾ ਦੇ ਦਿਓ। ਗਾਵਾਂ ਮਰ ਚੁੱਕੀਆਂ ਨੇ, ਕੋਈ ਡਾਕਟਰ ਕੋਈ ਸੰਸਥਾ ਕਿਸੇ ਨੇ ਆ ਕੇ ਕਿਸਾਨਾਂ ਤੋਂ ਸਰਵੇ ਨਹੀਂ ਕੀਤਾ ਕਿ ਭਾਈ ਕਿੰਨੀਆਂ ਗਾਵਾਂ ਮਰੀਆਂ, ਉਹਦੀ ਕਿੰਨੀ ਕੀਮਤ ਸੀ, ਕਿੰਨੀਆਂ ਸੂਈਆਂ, ਕਿੰਨੀਆਂ ਗੱਭਣ, ਕੀ ਹੈ, ਕਿਵੇਂ ਦੇ ਦਿਓਗੇ ਤੁਸੀਂ? ਬਿਲਕੁਲ ਇਹ ਸਾਰੀਆਂ ਗੱਲਾਂ ਬਿਲਕੁਲ ਝੂਠੇ ਫਰੇਬ ਹੈ, ਜੋ ਫਰੇਬ ਪਹਿਲਾਂ ਕੀਤਾ ਜਾਂਦਾ ਸੀ। ਚਲੋ ਕਾਂਗਰਸ ਦੇ ਮੇਰੇ ਭੈਣ ਜੀ ਬੈਠੇ ਹੋਏ ਨੇ, ਹਾਂ, ਟੀਨਾ ਜੀ, ਕਹਿੰਦੇ ਨੇ ਕਿ ਸਹਿਕਾਰੀ ਮਿੱਲਾਂ ਨੂੰ ਰੀਨਿਊ ਕਰਨ ਵਾਸਤੇ ਅਸੀਂ ਲੈ ਕੇ ਆਏ ਮਤਾ। ਕੀਤੀ ਕਿਹੜੀ ਮਤਾ? ਤਾਂ ਤੁਸੀਂ ਲੈ ਆਏ। ਉਲਟਾ ਜੀਰਾ ਵਰਗੀਆਂ ਸਹਿਕਾਰੀ ਮਿੱਲਾਂ ਨੂੰ ਇਹਨਾਂ ਕਾਂਗਰਸ ਨੇ ਨਿਲਾਮ ਕੀਤਾ ਹੈ, ਪ੍ਰਾਈਵੇਟ ਹੱਥਾਂ 'ਚ ਦਿੱਤਾ ਹੈ। ਤਾਂ ਟੀਨਾ ਜੀ ਅੱਜ ਦੋ ਚਿੱਤੀ 'ਚ ਨੇ, ਜੇ ਕੈਪਟਨ ਦੇ ਹੱਕ 'ਚ ਬੋਲਦੇ ਨੇ ਤੇ ਉਹਨੂੰ ਤਾਂ ਆਲਰੇਡੀ ਇਹ ਕੱਢ ਚੁੱਕੇ ਨੇ, ਕਹਿ ਚੁੱਕੇ ਨੇ ਕਿ ਭ੍ਰਿਸ਼ਟ ਸੀ, ਬੀਜੇਪੀ ਨਾਲ ਰਲਿਆ ਹੋਇਆ ਸੀ, ਟਾਈਮ ਉਹਦਾ ਰਿਹਾ ਹੈ। ਤਾਂ ਅੱਜ ਮਤਲਬ ਇਹਨਾਂ ਨੂੰ ਆਪ ਨੂੰ ਵੀ ਨਹੀਂ ਸਮਝ ਆਉਂਦੀ ਵੀ ਇਹ ਕੀ ਕਹਿਣ ਤੇ ਕੀ ਨਾ ਕਹਿਣ। ਜਿਹੜਾ ਇੱਕ ਲਾਸਟ ਹਾਂ ਬੋਲੋ ਪਲੀਜ਼। ਬੀਜੇਪੀ ਵਾਲੇ ਸਾਥੀ ਕਹਿ ਰਹੇ ਨੇ ਕਿ ਅਸੀਂ 2000 ਕਰੋੜ ਰੁਪਇਆ ਦਿੱਤਾ ਹੈ। 2000 ਜਿਹੜਾ ਕਰੋੜ ਦਿੱਤਾ, ਉਹਦੇ ਨਾਲ ਜਿਹੜੀਆਂ ਸ਼ਰਤਾਂ ਸੀ ਉਹ ਵੀ ਮਾੜਾ ਜਿਹਾ ਦੱਸੋ ਕਿ ਉਹ ਸ਼ਰਤਾਂ ਕਿਹੜੀਆਂ ਤੇ ਦਿੱਤਾ ਹੈ। ਸਬਸਿਡੀ ਦਿੱਤੀ ਗਈ ਜਿਹੜੇ ਸੰਦ ਖਰੀਦਣ ਵਾਲਿਆਂ ਨੂੰ, ਜਿਹੜੇ ਸੰਦ ਕਿਸੇ ਕੰਮ ਨਹੀਂ ਆਏ, ਛੋਟੇ ਕਿਸਾਨਾਂ ਦੀ ਪਹੁੰਚ ਨਹੀਂ ਬਣੀ, ਉਹੀ ਸੰਦ ਡਾਇਰੈਕਟ ਲਾਓ ਤੇ ਤੁਹਾਨੂੰ 80,000 ਦਾ ਮਿਲਦਾ ਹੈ, ਸਬਸਿਡੀ ਨਾਲ ਤੁਹਾਨੂੰ 1,40,000 ਦਾ ਮਿਲਦਾ ਹੈ। ਬਾਕੀ ਸਬਸਿਡੀ ਬੀਜੇਪੀ ਨੇ ਆਪਦੇ ਯਾਰਾਂ ਦੋਸਤਾਂ ਨੂੰ ਦਿੱਤੀ ਹੈ। ਜਿਹੜੀਆਂ ਮਿੱਲਾਂ ਬਿਜਲੀ ਬਣਾਉਣ ਵਾਸਤੇ ਬਣਾਈਆਂ ਸੀ, ਜਿਹੜੇ ਪਰਾਲੀ ਕਿਸਾਨਾਂ ਤੋਂ ਲੈਂਦੇ ਸੀ 1800 ਰੁਪਇਆ 25 ਕਿੱਲਾ, 360 ਕਰੋੜ ਇੱਕੋ ਮਿੱਲ ਨੂੰ ਸਬਸਿਡੀ ਦੇ ਰੂਪ 'ਚ ਦਿੱਤਾ ਹੈ, ਜਿੰਦੇ ਚੋਂ 1 ਰੁਪਈਆ ਵੀ ਕਿਸਾਨਾਂ ਦੀ ਜੇਬ 'ਚ ਨਗਦ ਨਹੀਂ ਆਇਆ। ਚਲੋ ਮਿਸਟਰ ਮਲਹੋਤਰਾ, ਹਰਨੇਕ ਸਿੰਘ ਮਹਿਮਾ ਹਰ ਕੋਲੇ ਬਹੁਤ ਡਾਟਾ ਹੁੰਦਾ ਮਲਹੋਤਰਾ ਸਾਹਿਬ, ਹੋ ਸਕਦਾ ਸ਼ਾਇਦ ਤੁਸੀਂ ਇਹਨਾਂ ਨਾਲ ਪਹਿਲਾਂ ਕਦੇ ਡਿਬੇਟ 'ਚ ਨਾ ਬੈਠੇ ਹੋ। ਮਿਸਟਰ ਮਲਹੋਤਰਾ, ਜਿਹੜਾ ਉਹਨਾਂ ਨੇ ਤੁਸੀਂ ਕਿਹਾ ਸੀਗਾ ਨਿੱਜੀ ਆ, ਉਹਨਾਂ ਨੇ ਸਾਫ਼ ਸਪਸ਼ਟ ਕਹਿਤਾ ਕਿ ਸਾਡੀ ਜਥੇਬੰਦੀ ਸਾਡੇ ਨਾਲ ਖੜੀ ਹੈ। ਮਿਸਟਰ ਮਲਹੋਤਰਾ, ਸਵਾਲ ਇਹ ਹੈ, ਉਹਨਾਂ ਨੇ ਕਿਹਾ ਸਿੱਧੀ ਬਜਾਈ, ਸਵਾਲ ਲੈ ਲਓ ਨਾ, ਸਵਾਲ ਲੈ ਲਓ ਮਿਸਟਰ ਮਲਹੋਤਰਾ, ਸਵਾਲ। ਮੈਂ ਬੇਨਤੀ ਕਰਦਾ ਜਿਹੜੇ ਵੀ ਐਲੀਗੇਸ਼ਨ ਸਰਕਾਰ ਤੇ ਲਗਾ ਰਹੇ, ਕਿਰਪਾ ਕਰਕੇ ਆਪਣੀ ਜਥੇਬੰਦੀ ਵੱਲੋਂ ਕੱਲ ਇੱਕ ਸਟੇਟਮੈਂਟ ਦਵਾ ਦੇਣ। ਚਲੋ ਬਰਾਬਰ ਹੋ ਗਿਆ ਕੰਮ, ਉਹ ਸਟੇਟਮੈਂਟ ਦਵਾ ਦੇਣਗੇ ਤੇ ਤੁਸੀਂ ਆ ਮੂੰਗੀ ਦੀ ਜਥੇਬੰਦੀ ਦੇ ਦਿਲ ਵਿੱਚ ਅਸੀਂ ਕਿੱਥੇ ਖੜੇ ਆ, ਸਾਨੂੰ ਵੀ ਸਪਸ਼ਟ ਹੋ ਜਾਏਗਾ। ਚਲੋ ਤਾਂ ਇਹ ਆਪਦੀ ਜਥੇਬੰਦੀ ਤੋਂ ਸਟੇਟਮੈਂਟ ਦਵਾ ਦੇਣਗੇ, ਤੁਸੀਂ ਮੂੰਗੀ, ਮੱਕੀ, ਲੰਪੀ ਸਕਿਨ ਤੇ ਸਿੱਧੀ ਬਿਜਾਈ ਦਾ ਡਾਟਾ ਲੈ ਆਈਓ, ਇਹ ਤੁਹਾਨੂੰ ਚੈਲੰਜ ਕਰ ਰਹੇ ਆ। ਆਪਾਂ ਕੱਲ ਫਿਰ ਡਿਬੇਟ ਕਰ ਲਾਂਗੇ, ਮੈਨੂੰ ਕੋਈ ਦਿੱਕਤ ਨਹੀਂ, ਬੋਲੋ। ਕੋਈ ਗੱਲ ਨਹੀਂ, ਦੇਖੋ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕੱਲ ਮੇਰੇ ਕੋਲ ਸਾਰਾ ਡਾਟਾ ਆ ਜਾਏਗਾ, ਫਿਰ ਕੱਲ ਇਹ ਸਟੇਟਮੈਂਟ ਵੀ ਨਹੀਂ ਦੇਣਗੇ, ਗੱਲ ਤਾਂ ਉੱਥੇ ਆ ਗਈ ਨਾ, ਫਿਰ ਮਸਲਾ ਕਿਵੇਂ ਹੱਲ ਹੋਊਗਾ? ਮੈਂ ਸਰ ਕੱਲੀ ਬਹਿਸ ਨਹੀਂ ਚਾਹੁੰਦਾ, ਮੈਂ ਚਾਹੁੰਦਾ ਮਸਲਾ ਹੱਲ ਹੋਵੇ ਸਰ। ਏਪੀ ਜੀ, ਇਹ ਡਾਟਾ ਜਿਹੜਾ ਪਬਲਿਕ ਡੋਮੇਨ ਵਿੱਚ ਹੀ ਆਣਾ ਨਾ, ਜਿਹੜੇ ਕਿਸਾਨਾਂ ਨੂੰ ਮਿਲਣਾ ਉਹਨਾਂ ਨੂੰ ਪਤਾ ਚੱਲ ਜਾਣਾ, ਜਿਹੜਾ ਨੂੰ ਨਹੀਂ ਮਿਲਿਆ ਹੈਗਾ ਉਹਨਾਂ ਦਾ ਵੀ ਸਾਹਮਣੇ ਆ ਜਾਣਾ। ਨਹੀਂ ਉਹ ਸਰ ਤਾਂ ਕਹਿ ਰਿਹਾ ਮਿਸਟਰ ਮਲਹੋਤਰਾ, ਤਾਂ ਕਹਿ ਰਿਹਾ ਜਿਹੜਾ ਤੁਸੀਂ ਉਹਨਾਂ ਨਾਲ ਪ੍ਰੋਮਿਸ ਕੀਤੇ ਸੀ ਉਹ ਕਿੰਨੇ ਫੁੱਲਫਿਲ ਹੋਏ, ਪਤਾ ਲੱਗ ਜੂ। ਕਹਿੰਦੇ ਇੱਕ ਮਿੰਟ, ਅੱਜ ਇੱਕ ਮੁੱਖ ਮੰਤਰੀ ਕਹਿ ਰਿਹਾ ਕਿ 17,000 ਕਿਸਾਨਾਂ ਦੇ ਅਕਾਊਂਟਾਂ 'ਚ ਪੈਸਾ ਪਹੁੰਚ ਚੁੱਕਿਆ, ਤੇ ਇਹ ਕਿਵੇਂ ਕਹਿ ਰਹੇ ਕਿ ਜੀ ਸਰਕਾਰ ਝੂਠ ਬੋਲ ਰਹੀ ਹੈ?
ਯਾਨੀ ਕਿ ਇਹਨਾਂ ਦੀ ਸਟੇਟਮੈਂਟ ਜ਼ਿਆਦਾ ਸੱਚੀ ਹੈ ਔਰ ਇੱਕ ਮੁੱਖ ਮੰਤਰੀ ਦੀ, ਚੁਣੀ ਹੋਏ ਮੁੱਖ ਮੰਤਰੀ ਦੀ ਸਟੇਟਮੈਂਟ ਝੂਠੀ ਹੈਗੀ ਹੈ। ਬੜੀ ਅਜੀਬ ਗੱਲ ਹੈ ਯਾਰ। ਇਹ ਤਾਂ ਸਾਨੂੰ ਵੀ ਬੋਲਣ ਵੇਲੇ ਜਾਂ ਸੋਚਣ ਨਹੀਂ ਮਿਸਟਰ ਮਲਹੋਤਰਾ, ਫਿਰ ਤੁਹਾਡੀ ਗੱਲ ਤਾਂ ਵਜਨ ਹੀ ਬਹੁਤ ਆ ਮਿਸਟਰ ਮਲਹੋਤਰਾ। ਤੁਸੀਂ 17,000, ਇੱਕ ਮਿੰਟ ਟੀਨਾ ਜੀ ਇੱਕ ਮਿੰਟ, 17,000 ਤੁਸੀਂ ਕਿਸਾਨ ਗਨਾਤੇ ਆ, ਤੁਹਾਡੇ ਕੋਲ ਡਾਟਾ ਪਿਆ ਹੈ, ਤੁਸੀਂ ਚੱਕ ਕੇ ਹੁਣੇ ਦੇ ਦਿਓ ਇਹਨਾਂ ਨੂੰ, ਰਾਤ ਨੂੰ, ਚਾਹੇ ਡਿਬੇਟ ਚਾਹੋ ਨਾ ਹੋ, ਇਹਨਾਂ ਨੂੰ ਦੇ ਦਿਓ ਡਾਟਾ। ਦੇਖੋ ਜਿਹੜਾ ਡਾਟਾ ਅੱਜ ਮੁੱਖ ਮੰਤਰੀ ਨੇ ਡਿਕਲੇਅਰ ਕੀਤਾ ਹੈਗਾ, ਪਬਲਿਕ ਡੋਮੇਨ ਚ ਲਿਆਂਦਾ, ਉਹ ਮੈਂ ਦੱਸ ਰਿਹਾ ਹੈਗਾ। ਉਹਨਾਂ ਨੇ ਆਪਣੀ ਮੂੰਹ ਤੋਂ ਕਿਹਾ ਹੈਗਾ 17,000 ਕਿਸਾਨਾਂ ਦੇ ਖਾਤਿਆਂ 'ਚ ਪਹੁੰਚ ਚੁੱਕਾ ਹੈਗਾ। ਔਰ ਉਸ ਨੂੰ ਸੁਣਦੇ ਹੋਏ ਵੀ ਜੇ ਕੋਈ ਨਾ ਮੰਨੇ ਤਾਂ ਦੱਸੋ ਉਸ ਵਿੱਚ ਕੀ ਕੀਤਾ ਜਾ ਸਕਦਾ। ਹਾਂ ਟੀਨਾ ਜੀ ਬੋਲੋ, ਟੀਨਾ ਜੀ ਬੋਲੋ, ਟੀਨਾ ਜੀ ਬੋਲੋ। ਇੱਕ ਮਿੰਟ ਮਿਸਟਰ ਮੈਮ, ਇੱਕ ਮਿੰਟ ਟੀਨਾ ਜੀ ਕੁਝ ਕਹਿਣਾ ਚਾਹ ਰਹੇ, ਇੱਕ ਮਿੰਟ ਸੁਣ ਲਿਆ ਨਾ ਮਿਸਟਰ ਮਲਹੋਤਰਾ, ਆ ਰਿਹਾ ਤੁਹਾਨੂੰ ਖੁੱਲਾ ਟਾਈਮ ਦੇਣਾ, ਮੈਂ ਚਿੰਤਾ ਨਾ ਕਰੋ ਮਲਹੋਤਰਾ ਸਾਹਿਬ, ਖੁੱਲਾ ਟਾਈਮ ਦਊਂਗਾ। ਹਾਂ ਟੀਨਾ ਜੀ। ਕਹਿਣਾ ਚਾਹਾਂਗੀ ਕਿ ਇਹਨਾਂ ਨੇ ਕਿਹਾ ਕਿ ਸੀਐਮ ਦੀ ਜਿਹੜੀ ਸਟੇਟਮੈਂਟ ਹੈਗੀ ਉਹ ਗਲਤ ਨਹੀਂ ਹੋ ਸਕਦੀ, ਬਹੁਤ ਗਲਤ ਹੋ ਰਹੀ ਹੈ। ਹੁਣ ਤੱਕ 100 ਦੇ ਵਿੱਚੋਂ 80% ਸਟੇਟਮੈਂਟ ਹੈ ਤੇ ਉਹਨਾਂ ਨੇ ਗਲਤ ਦਿੱਤੀ, ਔਰ ਉਸ ਤੋਂ ਬਾਅਦ ਇਹਨਾਂ ਦੇ ਐਮਐਲਏ ਦੇ ਬਦਲੇ ਮਾਫੀ ਮੰਗਦੇ ਫਿਰਦੇ ਨੇ। ਰੀਸੈਂਟਲੀ ਦੇਖੋ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਹਵਾਈ ਜਹਾਜ਼ ਦੇ ਜਿਹੜੇ ਹੈਗੇ ਨੇ, ਸਾਡੀ ਕਿਸੇ ਹੋਰ ਸਟੇਟਸ ਦੇ ਨਾਲ ਜਿਹੜੇ ਹੈਗੇ ਨੇ, ਕਿਸੇ ਵੀ ਹੈਲੀਕਾਪਟਰ ਦਾ ਅਸੀਂ ਕੋਈ ਸੌਦਾਬਾਜ਼ੀ ਨਹੀਂ ਕੀਤੀ ਹੋਈ। ਅੱਜ ਆਰਟੀਏ ਦੇ ਵਿੱਚ ਉਹ ਆ ਗਿਆ ਕਿ ਉਹਦੀ ਕੋਈ ਸੌਦਾਬਾਜ਼ੀ ਜਿਹੜੀ ਹੈਗੀ ਹੈ, ਕਹਿੰਦੇ ਇਹਨਾਂ ਨੇ ਸੋਚਿਆ ਇਹਨਾਂ ਨੇ ਕਿਹਾ ਇਹਨੇ ਸੌਦਾਬਾਜ਼ੀ ਕੀਤੀ ਹੋਈ ਹੈ ਹਰਿਆਣਾ ਨਾਲ। ਆਰਟੀਏ 'ਚ ਆ ਗਿਆ ਕਿ ਪੰਜਾਬ ਦੇ ਹੈਲੀਕਾਪਟਰ ਦੇ ਜਿੰਨੇ ਵੀ ਰੂਟ ਹੈਗੇ ਆ, ਕਿਸਾਨਾਂ ਬਾਰੇ ਕੋਈ ਸਟੇਟਮੈਂਟ ਜਿਹੜੀ ਗਲਤ ਨਿਕਲੀ ਉਹ ਕਿਰਪਾ ਕਰਕੇ ਦੱਸ ਦਿਓ, ਅੱਛਾ ਲੱਗੂਗਾ ਮੈਨੂੰ। अब मुद्दे तो ना पटकिए, मुद्दे तो ना पटकिए। एक मिनट मिस्टर मल्होत्रा, मैं पूछ रहा, मैं मुद्दे तो जब पटकने नहीं दूंगा ਕਿਸੇ ਨੂੰ। ਕਿਸਾਨਾਂ ਦੀ ਸਟੇਟਮੈਂਟ ਤੇ ਵੀ ਆਨੀ ਸਰ, ਇਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕੰਪਨਸੇਸ਼ਨ ਦੇਵਾਂਗੇ, ਉਹਨਾਂ ਦੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ। ਕਿੰਨੇ ਕਿਸਾਨ ਭਰਾ ਜਿਹੜੇ ਨੇ ਸਾਡੇ ਸ਼ਹੀਦ ਹੋ ਚੁੱਕੇ ਨੇ ਹਜ਼ਾਰਾਂ ਦੇ ਵਿੱਚ। ठीक एक मिनट मल्होत्रा साहब, एक मिनट। हाँ मिस्टर सोई एक मिनट मैं टीना जी रोक दो, टीना जी रोक दो एक मिनट रोक दो प्लीज। हाँ मिस्टर सोई, मिस्टर मल्होत्रा एक मिनट प्लीज, मल्होत्रा साहब प्लीज, मैं आ रहा हूँ मल्होत्रा साहब, आ जाऊंगा। एक मिनट रोक दो टीना जी प्लीज, बहुत सीरियस इशू है, पॉलिटिकल इशू नहीं है, सीरियस इशू है बहुत। आप सुन लिया। हाँ मिस्टर सोई प्लीज, मैं आ रहा हूँ मल्होत्रा साहब, एक मिनट आ रहे हैं मल्होत्रा साहब, एक मिनट आ रहे हैं सर, आ रहे हैं, चिंता क्यों करते हो, ਤੁਹਾਡੇ ਕੋਲ आ रहा है। हाँ मिस्टर सोई। ਮਲਹੋਤਰਾ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ 17,000 ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਕੇਪੀ ਜੀ ਇਹਨਾਂ ਨੂੰ ਪੁੱਛਣਾ ਸੀਗਾ ਕਿ 17,000 ਇਜ਼ ਵਾਟ ਪਰਸੈਂਟੇਜ ਆਫ ਪੰਜਾਬ ਫਾਰਮਿੰਗ। ਪੰਜਾਬ 'ਚ ਤਕਰੀਬਨ 15-16 ਲੱਖ ਕਿਸਾਨ ਪਰਿਵਾਰ ਨੇ, ਉਹਨਾਂ ਚੋਂ 17,000 ਦਾ ਮਤਲਬ ਹੈ ਇਵਨ ਲੈਸ ਦੈਨ 1%। ਵਾਟ ਇਜ਼ ਇਟ ਟਾਕਿੰਗ? ਕੂੜ ਦੇ ਮੂੰਹ ਤੇ ਜੀਰਾ। ਇਹਨਾਂ ਨੇ ਤੇ ਝੂਠ ਬੋਲਣ ਦੀ WhatsApp ਯੂਨੀਵਰਸਿਟੀ ਖੋਲ ਛੱਡੀ ਹੈ, ਜਿਹਦੇ 'ਚ ਸਿਰਫ ਝੂਠ ਬੋਲਦੇ ਨੇ ਤੇ ਝੂਠ ਬੋਲ ਕੇ ਕਿਸਾਨਾਂ ਨੂੰ ਕਿੱਥੇ ਪੁੱਛੋ ਇਹਨਾਂ ਕੋਲੋਂ, ਇੱਕ ਵਾਰੀ ਇਹਨਾਂ ਨੂੰ ਪੁੱਛ ਲਿਓ ਜਰੂਰ ਵੀ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਵੈਰਾਈਟੀ ਅਸੀਂ ਦਵਾਂਗੇ ਉਹ ਜਲਦੀ ਜਿਹੜੀ ਇਹ ਪੱਕ ਜੂਗੀ, ਉਹਦਾ ਬੀ ਬਾਜ਼ਾਰ 'ਚ ਉਸ ਵਕਤ 60 ਰੁਪਏ ਕਿਲੋ ਸੀਗਾ। सोई साहब ਇਹ ਉਹੀ ਜਥੇਬੰਦੀਆਂ, ਸੋਈ ਸਾਹਿਬ ਇਹ ਉਹੀ ਜਥੇਬੰਦੀਆਂ ਜਿਨ੍ਹਾਂ ਨਾਲ ਤੁਸੀਂ ਪ੍ਰੋਮਿਸ ਕੀਤੇ ਸੀ, ਤੁਸੀਂ ਫੁੱਲਫਿਲ ਨਹੀਂ ਕੀਤੇ। ਕਿਸਾਨ ਅੱਜ ਤੱਕ ਮੋਰਚੇ ਲਾਈ ਬੈਠੇ ਆ, ਉਹ ਕਹਿੰਦੇ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ। ਕਾਨੂੰਨ ਵੀ ਵਾਪਸ ਲੈ ਲੈ ਜਿਹੜੇ ਇਹਨਾਂ ਦੇ ਹੱਕ 'ਚ ਸੀਗੇ। ਕੀ ਗੱਲਾਂ ਕਰਦੇ ਹੋ ਕੇਪੀ ਜੀ? ਅੱਜ ਕਿਸਾਨ ਪੰਜਾਬ ਦਾ ਬੁਰੀ ਤਰ੍ਹਾਂ ਜੋ ਆਮ ਪਾਰਟੀ ਦੇ ਝਾਂਸੇ ਦੇ ਵਿੱਚ ਆ ਕੇ ਜਿਹੜੀ ਸਰਕਾਰ ਬਣਾ ਕੇ ਬੈਠ ਗਿਆ, ਅੱਜ ਅੱਖਾਂ 'ਚ ਹੱਥ ਦੇ ਕੇ ਰੋ ਰਿਹਾ ਕਿ ਆਮ ਪਾਰਟੀ ਦੀ ਸਰਕਾਰ ਕਿਉਂ ਬਣਾ ਕੇ ਬੈਠ ਗਏ। ਸਾਡੇ ਸਾਹਮਣੇ ਐਗਜ਼ਾਮਪਲ ਹਰਨੇਕ ਸਿੰਘ ਹੁਣਾ ਦੇ ਦਿੱਤੀ ਕਿ ਦੇਖੋ ਕਿ ਇਹਨਾਂ ਨੇ ਕਿਸਾਨਾਂ ਨੂੰ ਰੋਲਤਾ, ਖੁਦ ਖੁਸ਼ੀਆਂ ਰੁਕੀਆਂ ਨਹੀਂ, ਕਿਸਾਨਾਂ ਦਾ ਕਰਜ਼ਾ ਮਾਫੀ ਹੋਈ ਨਹੀਂ, ਜਿਹੜਾ ਯੂਰੀਆ ਦੀ ਜਿੰਨੀ ਬਲੈਕ ਮਾਰਕੀਟਿੰਗ ਪਿਛਲੇ ਵਾਰੀ ਹੋਈ ਹੈ ਉਨੀ ਕਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ। ਚਲੋ ਸੋਈ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ, ਸੋਈ ਸਾਹਿਬ ਬ੍ਰੇਕ ਲੈਣੀ ਹੈ। ਸੋਈ ਸਾਹਿਬ ਇੱਕ ਸਵਾਲ, ਸੋਈ ਸਾਹਿਬ ਰੋ ਰਿਹਾ, ਹਾਹਾਕਾਰ ਮਚ ਗਈ ਕਿਸਾਨੀ ਦੇ ਵਿੱਚ। ਸੋਈ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ, ਲਖੀਮਪੁਰ ਖੀਰੀ ਦਾ ਇਨਸਾਫ ਤੁਸੀਂ ਦੇਤਾ ਕਿਸਾਨਾਂ ਨੂੰ? ਉਹ ਦੱਸੋ ਜੀ, ਉਹ ਤੁਸੀਂ ਯੂਪੀ ਦੀ ਗੱਲ ਇੱਥੇ ਲੈ ਕੇ ਆ ਜਾਓਗੇ? ਸਰ ਯੂਪੀ ਦੀ ਗੱਲ ਨਹੀਂ ਸਰ, ਇਹੀ ਕਿਸਾਨ ਮੋਰਚੇ ਲਾਉਂਦੇ ਤੁਹਾਡੇ ਖਿਲਾਫ। ਜ਼ਮਾਨਤ ਦੇ ਬਾਹਰ ਹੈ, ਕੀ ਗੱਲਾਂ ਕਰਦੇ ਆਪਾਂ ਯਾਰ ਕੇਪੀ ਜੀ? ਲੈਟ ਅਸ ਟਾਕ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ, ਪੰਜਾਬ ਦੀ ਕਿਸਾਨੀ। ਸੋਈ ਸਾਹਿਬ ਚਲੋ ਮੈਂ ਇੱਕ ਹੋਰ ਸਵਾਲ ਕਰ ਲੈਣਾ। ਸੋਈ ਸਾਹਿਬ ਤੁਹਾਨੂੰ ਸਵਾਲ ਪਸੰਦ ਨਹੀਂ ਆਇਆ ਮੇਰਾ। ਸੋਈ ਸਾਹਿਬ ਜਿਹੜਾ ਕਿਸਾਨ ਕਹਿ ਰਿਹਾ ਕਿ ਸਾਡੀ ਲਾਗਤ ਵੱਧਦੀ ਪਈ ਹੈ, ਡੀਜ਼ਲ ਦਾ ਸਰ ਰੇਟ ਘਟਾ ਦਿਓ ਨਾ, ਇਹਨਾਂ ਨੂੰ ਫਿਰ ਅਸੀਂ ਕਵਾਂਗੇ ਵੈਟ ਘਟਾ ਦਿਓ, ਤੁਸੀਂ ਕਿਉਂ ਨਹੀਂ ਘਟਾਉਂਦੇ?
ਦੇਖੋ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿਸਾਨਾਂ ਦਾ ਵੈਟ ਜਿਹੜਾ ਸਭ ਤੋਂ ਹਾਈਐਸਟ ਹੈ ਹਿੰਦੁਸਤਾਨ 'ਚ, ਘਟਾਵਾਂਗੇ ਡੀਜ਼ਲ ਦੇ ਉੱਪਰ। ਕਿਉਂ ਨਹੀਂ ਪੰਜਾਬ ਨੇ ਘਟਾਇਆ? ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਆ ਗਿਆ। ਠੀਕ ਚਲੋ, ਕਿਸਾਨਾਂ ਦੀ ਕਿੰਨੀ ਮੰਨੀ ਜਾ ਰਹੀ ਹੈ, ਕਿਸਾਨਾਂ ਦੀ ਕਿੰਨੀ ਸੁਣੀ ਜਾ ਰਹੀ ਹੈ, ਤੇ ਟੀਵੀ ਤੇ ਉੱਤੇ ਇਹਨਾਂ ਮੁੱਦਿਆਂ ਤੇ ਡਿਬੇਟ ਕਿੰਨੀ ਹੋ ਰਹੀ ਹੈ ਜਿਨ੍ਹਾਂ ਕੋਲੇ ਫੈਕਟਸ ਹੈਗੇ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ, ਕਿਸਾਨ ਜਥੇਬੰਦੀਆਂ ਦੇ ਕਿਹੜੇ ਮੁੱਦਿਆਂ ਅੱਗੇ ਸੂਬਾ ਸਰਕਾਰ ਬੇਬਸ ਹੈ? ਮਿਸਟਰ ਮਹਿਮਾ, ਇੱਕ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਸੀ, ਹੋ ਸਕਦਾ ਇਹ ਸਵਾਲ ਤੁਹਾਨੂੰ ਚੰਗਾ ਨਾ ਲੱਗੇ ਕਿਉਂਕਿ ਭਰੋਸੇ ਵਾਲੀ ਡਿਬੇਟ ਤੁਸੀਂ ਸ਼ੁਰੂ ਕੀਤੀ ਹੈ। ਮਹਿਮਾ ਸਾਹਿਬ, ਰਾਜੇਵਾਲ ਸਾਹਿਬ ਹਰਾਂ ਨੂੰ ਸੱਦਦੇ ਨਹੀਂ, ਇਹ ਰਾਜੇਵਾਲ ਸਾਹਿਬ ਇਕੱਲੇ ਪ੍ਰੋਟੈਸਟ ਕਰਦੇ ਪਏ ਆ। ਇਹ ਬਹਿਸ ਦਾ ਵਿਸ਼ਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਮਹਿਮਾ ਸਾਹਿਬ, ਜਾਂ ਨਹੀਂ ਹੋਣਾ ਚਾਹੀਦਾ? ਜਾਂ ਤੁਸੀਂ ਮੰਨਦੇ ਹੋ ਕਿ ਰਾਜੇਵਾਲ ਸਾਹਿਬ ਕਿਸਾਨ ਨਹੀਂ, ਹੁਣ ਸਿਆਸਤਦਾਨ ਹੈ? ਜੀ ਇਹਦੇ 'ਚ ਜਦੋਂ ਜਿਹੜਾ ਸੰਯੁਕਤ ਮੋਰਚਾ ਬਣਿਆ ਸੀ ਤਾਂ ਉਹਦਾ ਸੰਵਿਧਾਨ ਸੀ ਕਿ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਕਦੇ ਕੋਈ ਇਲੈਕਸ਼ਨ ਨਹੀਂ ਲੜਿਆ ਜਾਏਗਾ, ਸੰਯੁਕਤ ਮੋਰਚਾ ਕਦੇ ਵੀ ਇਲੈਕਸ਼ਨ 'ਚ ਨਹੀਂ ਜਾਏਗਾ। ਰਾਜੇਵਾਲ ਸਾਹਿਬ ਹਰਾਂ ਨੇ ਆਪਦਾ ਵੱਖਰਾ ਇੱਕ ਮੋਰਚਾ ਬਣਾ ਕੇ ਉਹਦੇ ਰਾਹੀਂ ਇਲੈਕਸ਼ਨ ਲੜਿਆ। ਉਹ ਉਹਨਾਂ ਦੀ ਮਰਜ਼ੀ ਸੀ, ਉਹਨਾਂ ਨੇ ਉਹ ਇਲੈਕਸ਼ਨ ਲੜਿਆ। ਅੱਜ ਵੀ ਰਾਜੇਵਾਲ ਸਾਹਿਬ ਨੂੰ ਜੀ ਆਇਆ ਕਿ ਜਿਹੜਾ ਉਹ ਤੁਸੀਂ ਬਣਾਇਆ ਹੋਇਆ ਹੈ ਮੋਰਚਾ, ਉਹਨੂੰ ਰੱਦ ਕਰ ਦਿਓ। ਅੱਜ ਵੀ ਤੁਹਾਨੂੰ ਜੀ ਆਇਆ ਕਿਉਂਕਿ ਇਕੱਠੇ ਲੜਨ ਦੀ ਲੋੜ ਸਾਨੂੰ ਅੱਜ ਵੀ ਉਨੀ ਲੱਗਦੀ ਜਿੰਨੀ ਪਹਿਲਾਂ ਲੱਗਦੀ ਸੀ। ਚਲੋ, ਪਰ ਜਿਵੇਂ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਮੋਰਚੇ 'ਚ ਨਹੀਂ ਲੈਂਦੇ ਜਿੰਨਾ ਚਿਰ ਉਹ ਆਪਦੀ ਉਸ ਗੱਲ ਤੇ ਅੜੇ ਹੋਏ ਨੇ ਉਹ ਮੋਰਚੇ ਦਾ ਹਿੱਸਾ ਨਹੀਂ ਰਹਿਣ। ਚਲੋ ਮਿਸਟਰ ਮਲਹੋਤਰਾ, ਰਾਜੇਵਾਲ ਸਾਹਿਬ ਹਰਾਂ ਜਿਹੜੀ ਧਿਰ ਹੈ ਉਹਦੇ ਨਾਲ ਤੁਹਾਡਾ ਸਿੱਧਾ ਮੁਕਾਬਲਾ ਰਿਹਾ। ਇੱਕ ਵਾਰੀ ਤਾਂ ਤੁਸੀਂ ਇਕੱਠੇ ਵੀ ਹੋਣਾ ਸੀ ਮਿਸਟਰ ਮਲਹੋਤਰਾ। ਹੁਣ ਤੁਸੀਂ ਮਿਸਟਰ ਮਹਿਮਾ ਤੇ ਵੀ ਸਵਾਲ ਚੁੱਕਤਾ, ਕਿਹੜੇ ਕਿਸਾਨਾਂ ਤੇ ਤੁਹਾਨੂੰ ਭਰੋਸਾ ਫਿਰ ਮਿਸਟਰ ਮਲਹੋਤਰਾ? ਦੇਖੋ, ਜਿਹੜੇ ਪੰਜਾਬ ਦੇ ਕਿਸਾਨ ਨੇ ਸਾਰਿਆਂ ਤੇ ਹੀ ਸਾਨੂੰ ਭਰੋਸਾ ਹੈ, ਪਰ ਇਹਨਾਂ ਵਿੱਚ ਕੁਝ ਕੁ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਨਾਲ ਐਫੀਲੀਏਸ਼ਨ ਹੈ। ਇਹਨਾਂ ਦਾ ਤਾਂ ਸੰਵਿਧਾਨ ਹੈ ਜੀ, ਡਕੌਂਦਾ ਜਿਨ੍ਹਾਂ ਦੇ ਹੈ ਨੁਮਾਇੰਦੇ ਨਾਲ ਸੰਵਿਧਾਨ ਹੈ, ਇਲੈਕਸ਼ਨ ਲੜਨੀਆਂ ਨਹੀਂ ਇਹਨਾਂ ਨੇ। ਕਿਸਾਨਾਂ ਦੀ ਗੱਲ ਕਰ ਰਹੇ ਆ ਜੀ, ਕੁਝ ਕਿਸਾਨਾਂ ਦੀ ਗੱਲ ਕਰ ਰਹੇ ਆ, ਉਹ ਸਾਰੀਆਂ ਜਥੇਬੰਦੀਆਂ 'ਚ ਹੈਗੇ ਨੇ ਜਿਹੜੇ ਕਿ ਬਿਲਕੁਲ ਫੇਅਰ ਨਹੀਂ ਚੱਲਦੇ, ਜਿਹੜੇ ਕਿ ਆਪਣੀ ਜਿਹੜੀ ਰਾਜਨੀਤਿਕ ਐਫੀਲੀਏਸ਼ਨ ਹੈ ਉਹਨੂੰ ਪਹਿਲ ਦਿੰਦੇ ਨੇ। ਕੁਝ ਕਿਸਾਨ, ਜਥੇਬੰਦੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਤੋ ਮੈਂ ਉਹਨਾਂ ਕਿਸਾਨਾਂ ਦੀ ਗੱਲ ਕਰ ਰਿਹਾ। ਮੈਂ ਪਲੀਜ਼ ਇੱਥੇ ਦੋ ਪੁਆਇੰਟ ਚੁੱਕਣਾ ਚਾਹੁੰਦਾ ਹੈਗਾ। ਇੱਕ ਪੁਆਇੰਟ ਮੇਰਾ ਲੈ ਲਿਓ ਨਾਲ, ਇੱਕ ਪੁਆਇੰਟ ਮੇਰਾ ਲੈ ਲਓ ਨਾਲ, ਉਸ ਤੋਂ ਬਾਅਦ 2 ਪੁਆਇੰਟ ਤੁਸੀਂ ਚੱਕ ਲਿਓ। ਡੀਜ਼ਲ ਤੇ ਤੁਸੀਂ ਵੈਟ ਘਟਾ ਸਕਦੇ ਹੋ? ਦੇਖੋ, ਇਹ ਸਰਕਾਰ ਦਾ ਨੀਤੀਗਤ ਫੈਸਲਾ ਹੈਗਾ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਇਸ ਤੇ ਕੁਝ ਕੀਤਾ ਜਾਏ, ਕਿਉਂਕਿ ਅਸੀਂ ਦਿੱਲੀ ਵਿੱਚ ਘਟਾਇਆ ਸੀਗਾ, ਹੋ ਸਕਦਾ ਇੱਥੇ ਵੀ ਘਟਾਇਆ ਜਾਏ। ਹਾਂ, ਹੁਣ ਤੁਸੀਂ ਆਪਣੇ 2 ਪੁਆਇੰਟ ਬੋਲੋ। ਹਾਂਜੀ, ਇੱਕ ਤਾਂ ਸੋਹੀ ਸਾਹਿਬ ਕਹਿ ਰਹੇ ਸੀ ਕਿ ਇਹਨਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਪਿਛਲੇ 17 ਸਾਲ ਵਿੱਚ 2000 ਕਰੋੜ ਰੁਪਇਆ ਪਰਾਲੀ ਲਈ ਦਿੱਤਾ। ਜਨਾਬ, 10 ਸਾਲ ਤਾਂ ਤੁਹਾਡੀ ਆਪਣੀ ਸਰਕਾਰ ਰਹੀ ਹੈ ਇੱਥੇ, ਤੇ 5 ਸਾਲ ਜਿਹੜੀ ਹੈ ਔਰ 7 ਸਾਲ ਪਿਛਲੇ 4 ਸਾਲ ਦੀ ਗੱਲ ਕਰਦੇ ਹਾਂ ਜੀ, 17 ਸਾਲ ਦੀ ਗੱਲ ਨਹੀਂ ਕਰਦੇ। ਪਲੀਜ਼ ਡੋਨਟ ਮਿਸਕੋਟ ਮੀ ਮਿਸਟਰ ਮਲਹੋਤਰਾ। ਤੁਹਾਡਾ ਟੇਕ ਆ ਗਿਆ ਸੋਹੀ ਸਾਹਿਬ, ਤੁਹਾਡਾ ਟੇਕ ਆ ਗਿਆ, ਤੁਹਾਡਾ ਟੇਕ ਆ ਗਿਆ, ਤੁਹਾਡਾ ਟੇਕ। ਉਹ ਕਹਿੰਦੇ ਮੇਰੇ ਜਿਹੜੇ ਵਰਡਸ ਹੈ ਉਹਨਾਂ ਤੇ ਸਟਿਕ ਕਰੋ ਤੁਸੀਂ। ਹਾਂ ਮਿਸਟਰ ਮਲਹੋਤਰਾ, 10 ਸਾਲ ਤੁਹਾਡੀ ਸਰਕਾਰ ਰਹੀ ਹੈ, 7 ਸਾਲ ਸਰਕਾਰ ਰਹੀ ਹੈ ਜਿਹੜਾ ਅੱਜ ਤੁਹਾਡੇ ਕੋਲ ਹੈਗਾ, ਔਰ 150 ਕਰੋੜ ਦੀਆਂ ਮਸ਼ੀਨਾਂ ਜਿਹੜੀਆਂ ਕਰੀਬ 11,225 ਮਸ਼ੀਨਾਂ ਜਿਹੜੀਆਂ ਉਹ ਗਾਇਬ ਹੋ ਗਈਆਂ। ਕੀ ਤੁਸੀਂ ਉਸ ਤੇ ਅੱਜ ਕਾਰਵਾਈ ਕਰੋਗੇ? ਤੁਸੀਂ ਜਿਹੜਾ ਪੈਸਾ ਸਰਕਾਰ ਤੁਹਾਡੀ ਹੈ, ਸਰਕਾਰ ਤੁਹਾਡੀ ਹੈ, ਤੁਹਾਡਾ ਮੁੱਖ ਮੰਤਰੀ ਜਾ ਕੇ ਡਾਂਡੀਆਂ ਖੇਡਦਾ ਤੇ ਇੱਕ ਗੈਂਗਸਟਰ ਭੱਜ ਜਾਂਦਾ ਤੇ ਕਾਰਵਾਈ ਤੁਸੀਂ ਕਰਨੀ ਹੈ ਕਿ ਅਸੀਂ ਕਾਰਵਾਈ ਕਰਨੀ ਹੈ? ਕੇਪੀ ਜੀ ਇਹਨਾਂ ਨੂੰ ਪੁੱਛੋ ਸਰਕਾਰ ਕਿਹੜੀ ਹੈ। ਗੱਲ ਨਹੀਂ, ਇੱਕ ਮਿੰਟ ਅਸੀਂ ਕਰਾਂਗੇ, ਅਸੀਂ ਆਪਣੇ ਲੈਵਲ ਤੇ ਕਰਾਂਗੇ, ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ। ਚਲੋ ਆਪਾਂ ਹੁਣ ਥੋੜਾ ਇੱਕ ਸਵਾਲ ਲੈ ਲਾਂ ਮਿਸਟਰ ਮਲਹੋਤਰਾ, ਇੱਕ ਸਵਾਲ ਲੈ ਲਾਂ ਮਿਸਟਰ ਮਲਹੋਤਰਾ, ਇੱਕ ਸਵਾਲ ਲੈ ਲਓ। ਇੱਕ ਮਿੰਟ ਮਿਸਟਰ ਸੋਰੀ, ਇੱਕ ਮਿੰਟ ਟੀਨਾ ਜੀ, ਇੱਕ ਮਿੰਟ ਮੈਂ ਆ ਰਿਹਾ ਤੁਹਾਡੇ ਕੋਲ। ਟੀਨਾ ਜੀ ਆ ਰਿਹਾ ਮਲਹੋਤਰਾ ਸਾਹਿਬ ਇੱਕ ਸਵਾਲ ਲੈ ਲਓ। ਮਲਹੋਤਰਾ ਸਾਹਿਬ ਇੱਕ ਬੀਜੇਪੀ ਨੇ ਸਵਾਲ ਕੀਤਾ ਸੀਗਾ ਬਾਇਓ ਡੀਕੰਪੋਜ਼ ਜਿੰਦੀ ਤੁਸੀਂ ਗੱਲ ਕਰਦੇ ਹੋ, ਬਾਇਓ ਡੀਕੰਪੋਜ਼ ਜਿੰਦੀ ਤੁਸੀਂ ਗੱਲ ਕਰਦੇ ਹੋ। ਇੱਕ ਤੁਸੀਂ ਕੈਪਸੂਲ ਦੀ ਗੱਲ ਕੀਤੀ ਸੀ, ਇਹ ਪਰਾਲੀ ਦੇ ਲਈ ਕਾਰਗਰ ਨਹੀਂ ਸਾਬਤ ਹੋਇਆ? ਦੇਖੋ, ਇਹਦੀਆਂ ਜਿਹੜੀਆਂ ਪੂਸਾ ਇੰਸਟੀਚਿਊਟ ਨੇ
ਟ੍ਰਾਇਲਸ ਕੀਤੀਆਂ ਨੇ ਉਸ ਚ ਬਹੁਤ ਕਾਰਗਰ ਸਾਬਿਤ ਹੋਇਆ ਹੈ। ਔਰ ਮੈਨੂੰ ਨਹੀਂ ਪਤਾ ਕਿ ਵੀ ਕੀ ਟੈਕਨੀਕਲ ਤੇ ਫਿਰ ਕਿਸਾਨ ਕਿਉਂ ਨਹੀਂ ਤੁਹਾਡੀ ਗੱਲ ਮੰਨਦੇ ਪਏ? 6000 ਰੁਪਏ ਕਿਉਂ ਮੰਗੀ ਜਾਂਦੀ ਹੈ ਕਿਸਾਨ? ਮੈਨੂੰ ਲੱਗਦਾ ਇਹ ਮੰਗੀ ਬੇਮਾਨਾ ਲੱਗਦੀ ਕਿਸਾਨਾਂ ਦੀ। ਮਲਹੋਤਰਾ ਸਾਹਿਬ ਜਵਾਬ ਦੇਣ ਦਿਓ ਪਲੀਜ਼। ਹਾਂ ਬੋਲੋ ਸਰ, ਬੋਲੋ ਦੇਖੋ, ਪੰਜਾਬ ਸਰਕਾਰ ਨੇ 1,20,000 ਮਸ਼ੀਨਾਂ ਦਾ ਇੰਤਜ਼ਾਮ ਕੀਤਾ ਹੈ ਆਪਣੇ ਕੋਲੋਂ, ਤਾਂ ਕਿ ਜਿਹੜਾ 40 ਲੱਖ ਏਕੜ ਰਕਬਾ ਹੈਗਾ ਝੋਨੇ ਦਾ, ਉਸ ਚ ਪਰਾਲੀ ਦਾ ਇੰਤਜ਼ਾਮ ਕੀਤਾ ਜਾ ਸਕੇ, ਮੈਨੇਜ ਕੀਤਾ ਜਾ ਸਕੇ। ਚਲੋ ਏਪੀ ਜੀ ਟੋਟਲ ਝੂਠ ਬੋਲ ਰਹੇ ਨੇ ਆ। ਪਿਛਲੀ ਸਰਕਾਰ ਮੈਨੂੰ ਸਮਝ ਨਹੀਂ ਆ ਰਹੀ ਸੱਚ ਕੌਣ ਬੋਲਦਾ ਪਿਆ ਹੈ। ਉਦੋਂ ਨੰਬਰ ਆਫ ਮਸ਼ੀਨ ਬਾਰੇ 1,10,000 ਮਸ਼ੀਨਾਂ ਕਾਂਗਰਸ ਸਰਕਾਰ ਦੇ ਕੋਟੇ 'ਚ ਪਹਿਲੀਆਂ ਹੋਈਆਂ ਸੀਗੀਆਂ। ਆ ਕਹਿੰਦੇ ਅਸੀਂ 1,20,000 ਦੀਆਂ ਮਸ਼ੀਨਾਂ ਕਰਤੀਆਂ। ਇਹਨਾਂ ਨੂੰ ਪੁੱਛ ਲਓ 1,20,000 ਮਸ਼ੀਨਾਂ ਦਾ ਪੈਸਾ ਕਿੱਥੋਂ ਆਇਆ ਇਹਨਾਂ ਕੋਲੋਂ? ਸੋਈ ਸਾਹਿਬ ਉਹ ਕਿੱਥੇ ਚਲੇ ਗਈਆਂ? ਸੋਈ ਸਾਹਿਬ ਮਲਹੋਤਰਾ ਸਾਹਿਬ ਸੋਈ ਸਾਹਿਬ ਝੂਠ ਘੱਟ ਬੋਲਿਆ ਕਰੋ ਯਾਰ। ਸੋਈ ਸਾਹਿਬ ਮੈਂ ਆ ਰਿਹਾ, ਮਹਿਮਾ ਜੀ ਆ ਰਿਹਾ, ਲਾਸਟ ਮਿੰਟ ਤੁਹਾਡੇ ਤੋਂ ਇੱਕ ਮਿੰਟ ਸੋਈ ਸਾਹਿਬ ਇੱਕ ਮਿੰਟ ਮਿਸਟਰ ਮਲਹੋਤਰਾ ਇੱਕ ਮਿੰਟ ਸੋਈ ਸਾਹਿਬ ਉਹਨਾਂ ਦੀ ਸਰਕਾਰ ਨੇ ਚਲੋ ਉੱਤੇ ਜਬ ਸਵਾਲ ਨਾ ਚੁੱਕਿਆ ਜਾਏ। ਠੀਕ ਹੈ 1,20,000 ਕਰੋੜ 1,20,000 ਮਸ਼ੀਨਾਂ ਦਾ ਪੈਸਾ ਕਿੱਥੋਂ ਆਇਆ? ਸੋਈ ਸਾਹਿਬ ਮਲਹੋਤਰਾ ਸਾਹਿਬ ਇੱਕ ਮਿੰਟ ਰੁਕ ਜਾਓ, ਪਲੀਜ਼ ਰੁਕ ਜਾਓ, ਪਲੀਜ਼ ਰੁਕ ਜਾਓ। ਮਲਹੋਤਰਾ ਸਾਹਿਬ ਤੁਸੀਂ ਬੜੇ ਸਨਮਾਨਿਤ ਤੋਂ ਬੜੇ ਪੜ੍ਹੇ ਲਿਖੇ ਹੋ ਤੁਸੀਂ। ਸੋਈ ਸਾਹਿਬ ਤੁਸੀਂ ਬੜੇ ਪੜ੍ਹੇ ਲਿਖੇ ਹੋ। ਸੋਈ ਸਾਹਿਬ ਸੱਚ ਕੌਣ ਬੋਲਦਾ ਪਿਆ ਫਿਰ? ਮੈਂ ਤਾਂ ਬੜਾ ਦੁੱਧ 'ਚ ਫਸ ਗਿਆ। 1,20,000 ਮਸ਼ੀਨਾਂ ਇਹਨਾਂ ਨੇ ਖਰੀਦ ਲਈਆਂ, ਉਹਦਾ ਪੈਸਾ ਕਿੱਥੋਂ ਆਇਆ ਇਹਨਾਂ ਕੋਲੋਂ? ਆ 10,000 ਕਰੋੜ ਤੇ ਹੁਣ ਤਾਂ ਕਰਜ਼ਾ ਲੈ ਚੁੱਕੇ ਨੇ। ਆ ਸਿਰਫ ਝੂਠ। ਜਦੋਂ ਕਾਂਗਰਸ ਸਰਕਾਰ ਗਈ ਹੈ ਉਦੋਂ 1.25 ਲੱਖ ਮਸ਼ੀਨਾਂ ਕਾਂਗਰਸ ਤੇ ਛੱਡ ਕੇ ਗਈ ਹੈ, ਜਿਹੜੀਆਂ ਲਾਸਟ ਸਰਕਾਰ ਸੀਗੀਆਂ। ਹੁਣ ਇਹਨਾਂ ਨੇ 1.25 ਲੱਖ ਮਸ਼ੀਨਾਂ ਹੋਰ ਖਰੀਦ ਲਈਆਂ। ਚਲੋ ਇੱਕ ਮਿੰਟ ਮੈਨੂੰ ਦੱਸ ਦਿਓ ਸਰ, ਮੈਨੂੰ ਦੱਸ ਸੋਈ ਸਾਹਿਬ ਆ ਤੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਇੰਨੀਆਂ ਮਸ਼ੀਨਾਂ ਪੈਦਾ ਕਰਕੇ ਰੱਖ ਦਿੱਤੀਆਂ। 1,20,000 ਕਰੋੜ। ਠੀਕ ਹੈ ਸੋਈ ਸਾਹਿਬ ਚਲੋ ਸੋਈ ਸਾਹਿਬ ਰੁਕ ਜਾਓ ਹੁਣ ਪਲੀਜ਼। ਟੀਨਾ ਲਾਸਟ ਕਮੈਂਟ। ਟੀਨਾ ਜੀ ਇੱਕ ਮਿੰਟ ਪਲੀਜ਼। ਸੋਈ ਸਾਹਿਬ ਮਲਹੋਤਰਾ ਸਾਹਿਬ ਇੱਕ ਮਿੰਟ। ਮਲਹੋਤਰਾ ਸਾਹਿਬ ਪਲੀਜ਼ ਸਰ ਇਦਾਂ ਨਾ ਕਰੋ, ਐਡੀ ਵਧੀਆ ਡਿਬੇਟ ਕਰਦੇ ਪਏ ਤੁਸੀਂ। ਅੱਜ ਕੀ ਹੋ ਗਿਆ ਤੁਹਾਨੂੰ? ਮੈਂ 1,20,000 ਮਸ਼ੀਨਾਂ ਕਹੀਆਂ ਸਰ। ਚਲੋ ਟੀਨਾ ਜੀ ਲਾਸਟ ਕਮੈਂਟ ਪਲੀਜ਼। ਟੀਨਾ ਜੀ ਲਾਸਟ ਕਮੈਂਟ ਆ ਰਹੇ, ਮਹਿਮਾ ਸਾਹਿਬ ਆ ਰਹੇ। ਇੱਕ ਮਿੰਟ ਸੋਈ ਸਾਹਿਬ ਰੁਕ ਜਾਓ। ਸੋਈ ਸਾਹਿਬ ਰੁਕ ਜਾਓ। ਟੀਨਾ ਜੀ ਲਾਸਟ ਕਮੈਂਟ ਪਲੀਜ਼। ਕੀ ਹੋਏਗੀ? ਹਾਂ 1 ਕਰੋੜ ਦੀ ਮਸ਼ੀਨ ਹੈ ਸਰ। ਇੱਕ ਮਿੰਟ ਮਲਹੋਤਰਾ ਸਾਹਿਬ ਇੱਕ ਮਿੰਟ ਰੁਕ ਜਾਓ ਪਲੀਜ਼। ਟੀਨਾ ਜੀ ਲਾਸਟ ਕਮੈਂਟ ਪਲੀਜ਼। ਮੈਂ ਆ ਰਿਹਾ ਮਹਿਮਾ ਜੀ। ਨੂੰ ਕਿਸਾਨ ਜਿਹੜੇ ਨੇ 6,000 ਪ੍ਰਤੀ ਏਕੜ ਦੀ ਡਿਮਾਂਡ ਰੱਖ ਰਹੇ ਨੇ। ਇਹ ਤੇ ਜਿਹੜੀ ਪੁਰਾਣਾ 2,500 ਪ੍ਰਤੀ ਏਕੜ ਜਿਹੜਾ ਹੈਗਾ ਉਹਦੇ ਤੋਂ ਵੀ ਵਾਂਝੇ ਹੋਏ ਪਏ ਨੇ। ਇਹ ਤੇ ਉਹ ਵੀ ਨਹੀਂ ਦੇ ਪਾ ਰਹੇ ਕਿਸਾਨਾਂ ਨੂੰ, ਤੇ 6,000 ਰੁਪਏ ਪ੍ਰਤੀ ਏਕੜ ਦੇਣਾ ਤੇ ਇਹਨਾਂ ਲਈ ਤੇ ਬੜੀ ਦੂਰ ਦੀ ਗੱਲ ਹੈ। ਔਰ ਜਿਹੜੀਆਂ ਮਸ਼ੀਨਾਂ ਦੀ ਇਹ ਗੱਲਾਂ ਕਰਦੇ ਨੇ ਸਾਡੇ ਕਾਂਗਰਸ ਪਾਰਟੀ ਦੇ ਟਾਈਮ, ਤੁਸੀਂ ਕਿੰਨਾ ਦਿੱਤਾ? ਦੇਣਾ ਤੇ ਹੀ ਸਿਰ ਤੇ ਚੱਲ ਰਹੇ ਹੋ ਅੱਜ ਵੀ। ਤੁਸੀਂ ਕਿੰਨਾ ਦੇਤਾ ਇਹ ਦੱਸੋ? ਚਾਹੇ ਉਹ ਫਾਰਮਰ ਦੋ, ਚਾਹੇ ਤੁਹਾਡੀ ਸਰਕਾਰ ਨੇ ਕਿੰਨਾ ਦਿੱਤਾ? ਚਲੋ ਕਰੋੜ ਦਾ ਆਲਰੇਡੀ ਤੁਹਾਡੀ ਐਨਜੀਟੀ ਜਿਹੜਾ ਹੈਗਾ ਤੁਹਾਨੂੰ ਪੈਨਲਟੀ ਪਾ ਦਿੱਤੀ ਹੈ। ਚਲੋ ਹੁਣ ਥੋੜਾ ਰੁਕ ਜਾਓ, ਹੁਣ ਥੋੜਾ ਸਾਰੀ ਪੋਲੀਟੀਕਲ ਕਲਾਸ ਰੁਕ ਜਾਓ। ਮਹਿਮਾ ਸਾਹਿਬ ਦਾ ਲਾਸਟ ਕਮੈਂਟ ਲੈਣਾ। ਹਰਨੇਕ ਸਿੰਘ ਮਹਿਮਾ ਇੱਕ ਮਿੰਟ ਪਲੀਜ਼ ਰੁਕ ਜਾਓ, ਪਲੀਜ਼ ਰੁਕ ਜਾਓ। ਮਲਹੋਤਰਾ ਸਾਹਿਬ ਪਲੀਜ਼ ਰੁਕ ਜਾਓ। ਮਲਹੋਤਰਾ ਸਾਹਿਬ ਪਲੀਜ਼ ਇਦਾਂ ਨਾ ਕਰੋ। ਟੀਨਾ ਜੀ ਪਲੀਜ਼। ਟੀਨਾ ਜੀ ਪਲੀਜ਼। ਏਪੀ ਜੀ ਬੀਜੇਪੀ ਦੇ ਬੁਲਾਰੇ ਸਾਥੀ ਬੋਲੇ ਸੀ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਰਜ਼ਾ ਲੈ ਲਿਆ। ਮੈਂ ਇਹਨਾਂ ਨੂੰ ਕਹਿਣਾ ਕਿ ਬੀਜੇਪੀ ਤੇ ਅਕਾਲੀ ਦੀ ਸਰਕਾਰ 2007 ਤੋਂ 12 ਤੱਕ ਦਾ ਜਿਹੜਾ ਟਰਮ ਹੈ, ਇਹ ਕੋਈ ਐਮਐਲਏ ਬਣ ਜੇ, ਕੋਈ ਮੁੱਖ ਮੰਤਰੀ ਬਣ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਕੋ ਉਹਨਾਂ ਦੀ ਮਲਕੀਅਤ ਬਣ ਗਿਆ ਕਿ ਜੋ ਮਰਜ਼ੀ ਕਰੀ ਜਾਣ। ਪੰਜਾਬ ਮਲਕੀਅਤ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਦੀ ਹੈ। ਪਰ ਹੋਇਆ ਕੀ ਹੈ, 2007 ਤੋਂ 2012 ਦੀ ਟਰਮ ਦੇ ਵਿੱਚ ਅਕਾਲੀ ਬੀਜੇਪੀ ਸਰਕਾਰ ਨੇ 31,944 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ 5 ਸਾਲਾਂ 'ਚ। 31,944 ਦਾ ਟੋਟਲ ਕਰਜ਼ੇ ਦੇ ਵਿੱਚ ਮਤਲਬ 62% ਦਾ ਵਾਅਦਾ ਕੀਤਾ ਹੈ। ਅਗਲੀ ਟਰਮ ਦੇ ਵਿੱਚ 6 ਮਹੀਨੇ 'ਚ 10,000 ਕਰੋੜ ਦਾ ਕਰਜ਼ਾ ਚੱਕਿਆ। ਅਗਲੀ ਟਰਮ ਦੇ ਵਿੱਚ 53,085 ਕਰੋੜ ਦਾ ਕਰਜ਼ਾ ਚੱਕਿਆ ਹੈ। ਇਹ ਬੀਜੇਪੀ ਤੇ ਅਕਾਲੀ ਦੀ ਸਰਕਾਰ ਨੇ। ਚਲੋ ਇੱਕ ਆਖਰੀ ਸਵਾਲ ਮਹਿਮਾ ਸਾਹਿਬ ਇੱਕ ਆਖਰੀ ਸਵਾਲ ਕਰ ਰਹੇ। ਮਹਿਮਾ ਸਾਹਿਬ ਇੱਕ ਆਖਰੀ ਸਵਾਲ ਕਰ ਰਿਹਾ। ਮਹਿਮਾ ਸਾਹਿਬ, ਮਿਸਟਰ ਮਾਨ ਨੇ ਕਿਸਾਨਾਂ ਦੀ ਕਿੰਨੀ ਮੰਨੀ? ਕੋਈ ਪਰਸੈਂਟੇਜ ਦੱਸ ਸਕਦੇ ਹੋ? ਇੰਨੀਆਂ ਮੰਗਾਂ ਸੀਗੀਆਂ, ਇੰਨੀਆਂ ਮੰਨ ਲੀਆਂ, ਇੰਨੀਆਂ ਪੈਂਡਿੰਗਾਂ? ਕਿਉਂਕਿ ਮਿਸਟਰ ਮਾਨ ਨੇ ਕਿਹਾ ਕਿ ਬੈਠਕਾਂ ਹੋਰ ਵੀ ਹੋਣਗੀਆਂ। ਜਿੰਨੀਆਂ ਵੀ ਸਾਡਾ 66 ਮੰਗਾਂ ਦਾ ਇੱਕ ਮੰਗ ਪੱਤਰ ਸੀ, ਜਿਹਦੇ ਸਾਰੀਆਂ ਮੰਗਾਂ ਤੇ ਕਰਾਂਗੇ, ਵੇਖਾਂਗੇ, ਸੋਚਾਂਗੇ, ਭਰੋਸਾ ਰੱਖੋ ਤੋਂ ਬਿਨਾ ਕੁਛ ਨਹੀਂ। ਇੱਕ ਹਾਂ ਇੰਨੀ ਤਰੀਕ ਤੱਕ ਮਿਲਣਾ ਜ਼ਰੂਰ ਚਾਲੂ ਕਰਾਂਗੇ, ਇਹ ਡੇਟ ਦਿੱਤੀ ਕਿ ਇਸ ਤਰੀਕ ਤੱਕ ਚਾਲੂ ਕਰਾਂਗੇ।
ਹਾਂ 66 ਦੀਆਂ 66 ਮੰਗਾਂ ਤੇ ਕਰਾਂਗੇ, ਸੋਚਾਂਗੇ, ਵਿਚਾਰਾਂਗੇ, ਸਾਡੇ ਵੱਸ ਨਹੀਂ, ਸਾਡੇ ਕੋਲ ਕੁਝ ਨਹੀਂ। ਇਹਦੇ ਤੋਂ ਬਿਨਾ ਕੱਖ ਵੀ ਜਿਹੜਾ ਏ ਉਹ ਕੋਈ ਸੰਤੁਸ਼ਟੀ ਭਰਿਆ ਜਵਾਬ ਸੀਐਮ ਸਾਹਿਬ ਨਹੀਂ ਦੇ ਸਕਦੇ। ਠੀਕ ਮਿਸਟਰ ਮਲਹੋਤਰਾ, ਇਹ ਮਿਸਟਰ ਮਹਿਮਾ ਦੇ ਨਿੱਜੀ ਬਿਆਨ ਹੈ। ਦੇਖੋ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਸਕਿਪ ਕਰ ਗਏ ਹੈਗੇ ਹੈ। ਜਿਸ ਤਰ੍ਹਾਂ ਝੋਨੇ ਦੀ ਜਿਹੜੀ ਹੈ ਇਸ ਟਾਈਮ ਖਰੀਦ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈਗੀ ਹੈ ਔਰ ਪੰਜਾਬ ਸਰਕਾਰ ਦੀ ਪੂਰੀ ਤਿਆਰੀ ਹੈ ਉਹਦੇ ਵਿੱਚ। ਮੰਡੀਆਂ ਦਾ ਪ੍ਰੋਪਰ ਇੰਤਜ਼ਾਮ ਹੈਗਾ। ਜਿਹੜੀ ਸਿੱਧੀ ਬਿਜਾਈ ਵਾਲੇ 17,000 ਕਿਸਾਨਾਂ ਨੂੰ ਮਿਲ ਗਿਆ ਹੈਗਾ ਮੁਆਵਜ਼ਾ। ਔਰ ਲੰਪੀ ਸਕਿਨ ਡਿਸੀਜ਼ ਦਾ ਜਿਹੜਾ ਉਹ ਹੈ ਉਹ ਕੇਂਦਰ ਨੂੰ ਇਨਵੋਲਵ ਕਰਨਾ ਪਏਗਾ ਔਰ ਇਸ ਨੂੰ ਮਹਾਮਾਰੀ ਘੋਸ਼ਿਤ ਕਰਨਾ ਪਏਗਾ, ਉਸ ਤੋਂ ਬਾਅਦ ਕੁਝ ਹੋ ਸਕੇਗਾ। ਔਰ ਜਿਹੜੀਆਂ FIRs ਹੈਗੀਆਂ ਸੀਗੀਆਂ ਕਿਸਾਨਾਂ ਦੀਆਂ ਉਹ ਕੈਂਸਲ ਹੋ ਰਹੀਆਂ ਹੈਗੀਆਂ। ਜਿਹੜੇ ਸ਼ਹੀਦ ਹੋਏ ਸੀ ਕਿਸਾਨੀ ਸੰਘਰਸ਼ ਵਿੱਚ ਸਾਰਿਆਂ ਨੂੰ 5-5 ਲੱਖ ਰੁਪਇਆ ਮਿਲ ਚੁੱਕਾ ਹੈਗਾ ਔਰ 300 ਨਹੀਂ ਮਿਲ ਚੁੱਕਾ ਜੀ, ਨਹੀਂ ਮਿਲ ਚੁੱਕਾ। ਬਹੁਤ ਕੇਸ ਪੈਂਡਿੰਗ ਪਏ ਨੇ, 5 ਲੱਖ ਵਾਲੇ ਵੀ ਪਏ ਨੇ, ਨੌਕਰੀਆਂ ਵਾਲੇ ਵੀ ਪਏ ਨੇ, ਨਹੀਂ ਮਿਲ ਚੁੱਕਾ। ਚਲੋ ਮੈਨੂੰ ਹੁਣ ਚਰਚਾ ਸਮਾਪਤ ਕਰਨੀ ਪੈਣੀ ਹੈ। ਸਾਰਿਆਂ ਨੇ ਤੁਹਾਨੂੰ ਸੁਣ ਲਿਆ। ਬਹੁਤ ਧੰਨਵਾਦ ਤੁਹਾਡਾ ਮਿਸਟਰ ਮਲਹੋਤਰਾ। ਮਿਸਟਰ ਹਰਨੇਕ ਸਿੰਘ ਮਹਿਮਾ ਤੁਹਾਡਾ ਬਹੁਤ ਧੰਨਵਾਦ। ਟੀਨਾ ਜੀ ਤੁਹਾਡਾ ਬਹੁਤ ਧੰਨਵਾਦ। ਸੋਈ ਸਾਹਿਬ ਤੁਹਾਡਾ ਧੰਨਵਾਦ। ਮਾਨ ਨੇ ਕਿਸਾਨਾਂ ਦੀ ਕਿੰਨੀ ਮੰਨੀ ਇਹ ਕਿਸਾਨ ਦੱਸ ਸਕਦੇ ਆ, ਤੇ ਮਾਨ ਸਾਹਿਬ ਨੇ ਜਿਹੜੇ ਦਾਅਵੇ ਕੀਤੇ ਆ ਉਹ ਕਿਸਾਨਾਂ ਨੇ ਕਿੰਨੇ ਮੰਨੇ ਹੈਗੇ ਆ ਇਹ ਕਿਸਾਨ ਦੱਸ ਸਕਦੇ ਆ। ਪਰ ਕਿਸਾਨ ਪੰਜਾਬ ਦੀ ਲਾਈਫਲਾਈਨ ਹੈ ਤੇ ਕਿਸਾਨਾਂ ਦੇ ਮੁੱਦੇ ਆ ਜਿਹੜੇ ਉਹ ਜਥੇਬੰਦੀਆਂ ਤੱਕ ਸੀਮਤ ਹੈਗੇ ਜਾਂ ਜ਼ਮੀਨ ਤੱਕ ਜਾਣ ਕੇ। ਜਿਸ ਤਰੀਕੇ ਨਾਲ ਸਰਕਾਰ ਕਹਿੰਦੀ ਅਸੀਂ ਬੈਠਕਾਂ ਕਰਦੇ ਪਏ, ਅੱਗੇ ਵੀ ਕਰਾਂਗੇ, ਇਹ ਬੈਠਕਾਂ ਵਿੱਚ ਹੱਲ ਕਿੰਨੇ ਨਿਕਲਦੇ ਹੈਗੇ, ਸੂਬਾ ਸਰਕਾਰ ਦੇ ਵੱਸ ਵਿੱਚ ਕਿੰਨੀਆਂ ਗੱਲਾਂ ਹੈਗੀਆਂ ਤੇ ਕੇਂਦਰ ਸਰਕਾਰ ਦੇ ਵੱਸ ਵਿੱਚ ਕਿੰਨੀਆਂ ਹੈਗੀਆਂ ਤੇ ਦੋਨਾਂ ਵਿੱਚ ਤਾਲਮੇਲ ਕਿੰਨਾ ਹੈਗਾ ਕਿਸਾਨਾਂ ਦੇ ਮੁੱਦੇ ਤੇ। ਕਿਸਾਨ ਸੰਘਰਸ਼ ਤੋਂ ਬਾਅਦ ਹੁਣ ਤੱਕ ਇਹ ਸਵਾਲ ਇੰਨਾ ਕੁ ਵੱਡਾ ਹੋਇਆ ਹੋਇਆ ਕਿ ਕੁਝ ਸਰਕਾਰਾਂ ਬੇਬਸ ਨਜ਼ਰ ਆਉਂਦੀਆਂ ਤੇ ਕੁਝ ਚਾਹੁੰਦੀਆਂ ਹੀ ਨਹੀਂ ਕਿ ਕਿਸਾਨੀ ਅੱਗੇ ਵਧੇ। ਬਹੁਤ ਧੰਨਵਾਦ।